किताब झटका प्रकाश, लेखक ਗਿਆਨੀ ਨਰਿੰਦਰ ਸਿੰਘ ਸਰਲ, भाग 11। आवाज़ भाई गुरजंट सिंह रूपवाली। मास ਅਤੇ ਭਗਤ ਕਬੀਰ ਜੀ ਦੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਕਦੀ ਸਿੱਖਾਂ ਦਾ ਮਾਸ ਸੰਬੰਧੀ ਆਪਸ ਵਿੱਚ ਝਗੜਾ ਹੁੰਦਾ ਹੈ ਤਾਂ ਮਾਸ ਵਿਰੋਧੀ ਸੱਜਣ ਕਬੀਰ ਜੀ ਦੀ ਬਾਣੀ ਦੀ ਕੋਈ ਨਾ ਕੋਈ ਤੁਕ ਪੇਸ਼ ਕਰ ਦਿੰਦੇ ਹਨ, ਜਿਸ ਨੂੰ ਉਹ ਮਾਸ ਖਾਣ ਦੇ ਵਿਰੁੱਧ ਸਮਝਦੇ ਹਨ। ਇਸ ਵਾਸਤੇ ਉਹ ਇਤਿਹਾਸਕ ਸਾਖੀਆਂ ਤੇ ਰਹਿਤਨਾਮਿਆਂ ਦੇ ਮੰਨਣ ਤੋਂ ਇਨਕਾਰੀ ਹੁੰਦੇ ਤੇ ਮਲਾਰ ਦੀ ਵਾਰ ਵਾਲੇ ਸ਼ਲੋਕਾਂ ਦੇ ਉਲਟ ਪੁਲਟ ਅਰਥ ਕਰਕੇ ਕਲਪਤ ਵਿਰੋਧ ਭਾਵ ਮਿਟਾਉਣ ਦਾ ਯਤਨ ਕਰਦੇ ਹਨ। ਅਸਲ ਵਿੱਚ ਭਗਤ ਕਬੀਰ ਜੀ ਦੀ ਬਾਣੀ ਵਿੱਚ ਮਾਸ ਖਾਣ ਦੇ ਵਿਰੁੱਧ ਕੋਈ ਪੰਕਤੀ ਨਹੀਂ। ਭਗਤ ਜੀ ਦਾ ਮਨੋਰਥ ਜਾਂ ਨੁਕਤਾ ਨਿਗਾਹ ਉਸ ਸਿਧਾਂਤ ਦੇ ਖੰਡਨ ਕਰਦਾ ਹੁੰਦਾ ਹੈ ਜਿਸ ਦੇ ਅਨੁਸਾਰ ਕਾਜ਼ੀ ਤੇ ਮੁੱਲਾ ਲੋਕ ਜਾਨਵਰ ਦੀ ਕੁਰਬਾਨੀ ਦੇ ਕੇ ਖੁਦਾ ਨੂੰ ਖੁਸ਼ ਕਰਨ ਦੇ ਬਹਾਨੇ ਲੋਕਾਂ ਕੋਲੋਂ ਕੁੱਕੜੀਆਂ ਤੇ ਬੱਕਰੇ ਲੈ ਕੇ ਆਪ ਖਾ ਜਾਂਦੇ ਹਨ ਤੇ ਆਖਦੇ ਇਹ ਹਨ ਕਿ ਜਿਹੜਾ ਕੋਈ ਆਦਮੀ ਸਾਡੇ ਕੋਲੋਂ ਕਲਮਾ ਪੜ੍ਹਾ ਕੇ ਜਾਨਵਰ ਮਰਵਾਏਗਾ ਉਹ ਹਲਾਲ ਭਾਵ ਖੁਦਾ ਦੇ ਖਾਣ ਯੋਗ ਹੋ ਜਾਵੇਗਾ। ਜਦੋਂ ਸਾਡਾ ਹਲਾਲ ਕੀਤਾ ਜਾਨਵਰ ਖੁਦਾ ਖਾਵੇਗਾ ਤਾਂ ਉਹ ਖੁਸ਼ ਹੋ ਕੇ ਉਸ ਦੇ ਗੁਨਾਹ ਮਾਫ ਕਰ ਦੇਵੇਗਾ। ਇਹ ਪ੍ਰੋਗਰਾਮ ਉਹਨਾਂ ਦੀ ਠੱਗੀ ਦਾ ਸੀ, ਕਿਉਂਕਿ ਖੁਦਾ ਕੋਈ ਮਾਸਾਹਾਰੀ ਜੀਵ ਨਹੀਂ ਹੈ। ਸਿਰਫ ਖੁਦਾ ਦੇ ਨਾਮ ਤੇ ਲੋਕਾਂ ਕੋਲੋਂ ਕੁੱਕੜੀਆਂ ਲੈ ਕੇ ਖਾਣ ਦਾ ਬਹਾਨਾ ਸੀ। ਇਸ ਦੇ ਸਬੰਧ ਵਿੱਚ ਪ੍ਰਭਾਤੀ ਰਾਗ ਵਿੱਚ ਕਬੀਰ ਜੀ ਦਾ ਉਚਾਰਿਆ ਹੋਇਆ ਇੱਕ ਸ਼ਬਦ ਇੱਥੇ ਵੇਖਦੇ ਹਾਂ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਜੋ ਸਭ ਮੈਂ ਏਕ ਖੁਦਾਏ ਕਹਿਤ ਹੋ, ਤਉ ਕਿਉਂ ਮੁਰਗੀ ਮਾਰੈ। ਮੁੱਲਾ ਕਹੋ ਨਿਆਉ ਖੁਦਾਈ, तेरे मन का भरम न जाई रहाओ। पकर जियो आन्या देह बिनासी, माटी को बिस्मल किया, जोत स्वरूप अनहद लागी, कहो हलाल क्या किया। क्या उजू पाक किया मुँह धोया, क्या मसीत सिर लाया, जो दिल में कपट निवाज गुजारो, क्या हज काबे जाया। तू ना पाक पाक नहीं सूझिया, तिसका मर्म ना जानिया, कह कबीर पिस्त ते चूका, दोजक स्यों मन मान्या। प्रभाती पन्ना 1350। पहले सुनो सारे शब्द का अखरी अर्थ। हे हिंदू ते मुसलमान भरावो, वेदां जां कुरान आदਿਕ एक दूजे दियां धर्म पुस्तकां नूं झूठियां ना आखो। झूठा तां ਉਹ ਬੰਦਾ ਹੈ ਜੋ ਇਹਨਾਂ ਧਰਮ ਪੁਸਤਕਾਂ ਦਾ ਵਿਚਾਰ ਨਹੀਂ ਕਰਦਾ। ਭਲਾ हे ਮੁੱਲਾ, ਜੇ ਤੂੰ ਆਖਦਾ ਹੈ ਕਿ ਖੁਦਾ ਸਭ ਜੀਵਾਂ ਵਿੱਚ ਮੌਜੂਦ ਹੈ ਤਾਂ ਉਸ ਖੁਦਾ ਦੇ ਨਾਮ ਕੁਰਬਾਨੀ ਦੇਣ ਲਈ ਮੁਰਗੀ ਕਿਉਂ ਮਾਰਦਾ ਹੈ? ਕਿ ਉਸ ਮੁਰਗੀ ਵਿੱਚ ਉਹ ਆਪ ਨਹੀਂ ਹੈ? ਮੁਰਗੀ ਵਿੱਚ ਬੈਠੇ ਖੁਦਾ ਦੀ ਅੰਸ਼ ਨੂੰ ਮਾਰ ਕੇ ਖੁਦਾ ਦੇ ਅੱਗੇ ਹੀ ਭੇਟ ਕਰਨ ਦਾ ਕੀ ਭਾਵ ਹੈ? ਹੇ ਮੁੱਲਾ, ਤੂੰ ਹੋਰ ਲੋਕਾਂ ਨੂੰ ਤਾਂ ਖੁਦਾ ਦਾ ਨਿਆਂ ਸੁਣਾਉਂਦਾ ਹੈ, ਪਰ ਤੇਰੇ ਮਨ ਦਾ ਭੁਲੇਖਾ ਅਜੇ ਦੂਰ ਨਹੀਂ ਹੋਇਆ ਰਹਾ। ਹੇ ਮੁੱਲਾ, ਮੁਰਗੀ ਆਦਿਕ ਜੀਵਾਂ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ ਜਿਸਮ ਦੀ ਮਿੱਟੀ ਨੂੰ ਤੂੰ ਖੁਦਾ ਦੇ ਨਾਮ ਤੇ ਕੁਰਬਾਨ ਕੀਤਾ, ਖੁਦਾ ਦੀ ਨਜ਼ਰ ਭੇਟ ਕੀਤਾ। ਪਰ हे ਮੁੱਲਾ, ਜੋ ਖੁਦਾ ਨਿਰਾ ਨੂਰ ਹੀ ਨੂਰ ਹੈ ਤੇ ਜੋ ਅਵਿਨਾਸ਼ੀ ਹੈ, ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ। ਉਸ ਮੁਰਗੀ ਵਿੱਚ ਵੀ ਹੈ ਜੋ ਤੂੰ ਖੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈ। ਫਿਰ ਤੂੰ ਦੱਸ, ਖੁਦਾ ਦੇ ਨਾਮ ਤੇ ਕੁਰਬਾਨੀ ਦੇਣ ਵਾਲੀ ਕਿਹੜੀ ਚੀਜ਼ ਬਣਾਈ? ਕਹੋ ਹਲਾਲ ਕਿਆ ਕੀਆ। हे ਮੁੱਲਾ, ਤੂੰ ਕੀ ਉਜੂ ਪਾਕ ਕੀਤਾ, ਕੀ ਮੂੰਹ ਧੋਤਾ, ਮਸੀਤ ਨੂੰ ਮੱਥਾ ਟੇਕਿਆ। ਜਦੋਂ ਮਨ ਵਿੱਚ ਠੱਗੀ ਹੈ, ਖੁਦਾ ਦੀ ਭੇਟ ਦੇ ਬਹਾਨੇ ਲੋਕਾਂ ਕੋਲੋਂ ਕੁੱਕੜੀਆਂ ਲੈ ਕੇ ਖਾ ਜਾਣ ਵਾਲੀ, ਤਾਂ ਕੀ ਨਮਾਜ਼ ਪੜ੍ਹਦੇ ਹੋ ਤੇ ਹਜ ਕੀਤਾ ਜਾਂ ਕਾਬੇ ਗਏ? हे ਮੁੱਲਾ, ਤੂੰ ਤਾਂ ਆਪ ਇਹੋ ਜਿਹੀਆਂ ਠੱਗੀਆਂ ਤੇ ਕਪਟ ਦੇ ਕਾਰਨ ਅਪਵਿੱਤਰ ਹੋ ਰਿਹਾ ਹੈ, ਜਿਸ ਕਰਕੇ ਤੈਨੂੰ ਪਵਿੱਤਰ ਹਰੀ ਦੀ ਸੂਝ ਨਹੀਂ ਹੋਈ ਤੇ ਨਾ ਹੀ ਉਸ ਦਾ ਤੈਨੂੰ ਭੇਦ ਹੀ ਲੱਭਾ ਹੈ। ਕਬੀਰ ਜੀ ਕਹਿੰਦੇ ਹਨ ਕਿ हे ਮੁੱਲਾ, ਮੈਂ ਇਸ ਤੁਹਾਡੇ ਵਾਲੇ ਬਹਿਸ਼ਤ ਤੋਂ ਰਿਹਾ। ਇਸ ਤਰ੍ਹਾਂ ਧੋਖੇ ਤੇ ਠੱਗੀਆਂ ਨਾਲ ਪ੍ਰਾਪਤ ਹੋਣ ਵਾਲੇ ਬਹਿਸ਼ਤ ਨਾਲੋਂ ਮੇਰਾ ਮਨ ਦੋਜ਼ਖ ਨੂੰ ਹੀ ਚੰਗਾ ਸਮਝਦਾ ਹੈ। ਇਸ ਸ਼ਬਦ ਦਾ ਡੂੰਘਾ ਭਾਵ ਅਰਥ ਵਿਚਾਰਨ ਤੋਂ ਸਾਫ਼ ਦਿਸ ਪੈਂਦਾ ਹੈ ਕਿ ਇਸ ਵਿੱਚ ਉਹਨਾਂ ਮਨੁੱਖ ਦੇ ਵਿਰੁੱਧ ਕੋਈ ਫੈਸਲਾ ਨਹੀਂ ਦਿੱਤਾ
ਜਿਹੜੇ ਆਪਣੀ ਖੁਰਾਕ ਸਮਝ ਕੇ ਸਿੱਧੇ ਤਰੀਕੇ ਨਾਲ ਮਾਸ ਖਾਂਦੇ ਹਨ, ਸਵਾਏ ਉਹਨਾਂ ਮੁੱਲਾਂ ਮਲਾਣਿਆਂ ਦੇ ਜਿਹੜੇ ਵਿੰਗੇ ਟੇਢੇ ਢੰਗ ਨਾਲ ਲੋਕਾਂ ਦੀ ਸ਼ਰਧਾ ਉੱਤੇ ਡਾਕਾ ਮਾਰ ਕੇ ਉਹਨਾਂ ਕੋਲੋਂ ਕੁੱਕੜੀਆਂ, ਦੁੰਬੇ, ਬੱਕਰੇ ਤੇ ਬੱਚੀਆਂ ਲੈ ਕੇ ਖਾ ਪੀ ਜਾਂਦੇ ਹਨ ਤੇ ਨਾਮ ਖੁਦਾ ਦਾ ਲਾਉਂਦੇ ਹਨ। ਜੇਕਰ ਇਹ ਸਮਝ ਲਿਆ ਜਾਵੇ ਕਿ ਮੁਰਗੀ ਮਾਰਨੀ ਇਸ ਵਾਸਤੇ ਪਾਪ ਹੈ ਕਿ ਕਬੀਰ ਭਗਤ ਨੇ ਉਸ ਵਿੱਚ ਖੁਦਾ ਦਾ ਵਾਸਾ ਦੇਖਿਆ ਹੈ, ਤਾਂ ਫਿਰ ਇਸ ਤੁਕ ਦੇ ਮੁਕਾਬਲੇ ਤੇ ਅਗਲੀਆਂ ਪੰਕਤੀਆਂ ਦਾ ਵੀ ਖਿਆਲ ਕਰ ਲੈਣਾ ਜ਼ਰੂਰੀ ਹੈ। ਨੰਬਰ 1, ਵਾਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਪੰਨਾ 134। ਨੰਬਰ 2, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ, ਪੰਨਾ 133। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਆਦਿਕ, ਪੰਨਾ 294। ਇਸ ਲਈ ਜਿਹੜੇ ਸਾਡੇ ਭਰਾ ਮੁਰਗੀ ਵਿੱਚ ਰੱਬ ਦਾ ਦਰਸ਼ਨ ਕਰਕੇ ਉਸ ਨੂੰ ਮਾਰਨਾ ਪਾਪ ਸਮਝਦੇ ਹਨ, ਇਸੇ ਤਰ੍ਹਾਂ ਉਹ ਵਾਹਿਗੁਰੂ ਨੂੰ ਰੁੱਖਾਂ ਵਿੱਚ ਸਮਝ ਕੇ ਕਿਸੇ ਰੁੱਖ ਨੂੰ ਨਾ ਵੱਢਣ, ਨਾ ਉਸ ਦੀ ਦਾਤਣ ਭੰਨਣ, ਨਾ ਫੁੱਲ ਫਲ ਆਦਿਕ ਤੋੜਨ। ਤ੍ਰਿਣ ਘਾਹ ਦੀਆਂ ਤਿੜਾਂ ਵਿੱਚ ਵੀ ਰੱਬ ਮੌਜੂਦ ਹੈ, ਇਸ ਵਾਸਤੇ ਘੋੜਿਆਂ, ਗਊਆਂ, ਮੱਝਾਂ ਵਾਸਤੇ ਘਾਹ ਖੋਤਣਾ ਛੱਡ ਦੇਣ। ਪ੍ਰਭੂ ਪ੍ਰਿਥਵੀ ਵਿੱਚ ਹੈ, ਇਸ ਲਈ ਖੂਹ ਪੁੱਟ ਕੇ ਉਸ ਵਿਚਾਰੀ ਦਾ ਢਿੱਡ ਨਾ ਪਾੜਨ। ਸ਼ਾਇਦ ਕਿਤੇ ਕਹੀ ਦਾ ਟੱਪ ਵੱਜ ਕੇ ਨਾਲ ਹੀ ਰੱਬ ਨਾ ਵੱਢਿਆ ਜਾਂਦਾ ਹੋਵੇ। ਨਾ ਇਸ ਤੇ ਹਲ ਵਾਹੁਣ, ਨਾ ਹੀ ਟੱਟੀ ਪਿਸ਼ਾਬ ਕਰਨ, ਨਾ ਪਾਣੀ ਵਿੱਚ ਵੜਨ ਤੇ ਨਾ ਉਸ ਨੂੰ ਪੀਣ ਹੀ। ਸ਼ਾਇਦ ਇਸ ਤਰ੍ਹਾਂ ਰੱਬ ਨੂੰ ਕੋਈ ਔਖਿਆਈ ਪਹੁੰਚਦੀ ਹੋਵੇ। ਇੱਥੇ ਬੇਦ ਕਤੇਬ ਕਹੋ ਮਤ ਝੂਠੇ ਦਾ ਵੀ ਥੋੜਾ ਜਿਹਾ ਨਿਰਣਾ ਕਰਨਾ ਬਣਦਾ ਹੈ। ਮੁਸਲਮਾਨਾਂ ਦੇ ਧਾਰਮਿਕ ਪੁਸਤਕ ਖੁਦਾ ਦੇ ਨਾਮ ਤੇ ਕੁਰਬਾਨੀ ਦੇਣੀ ਵੀ ਦੱਸਦੇ ਹਨ ਤੇ ਸਾਰੇ ਜੀਵਾਂ ਵਿੱਚ ਖੁਦਾ ਦਾ ਹੋਣਾ ਵੀ ਤਸਲੀਮ ਕਰਦੇ ਹਨ। ਇਹੋ ਹਾਲ ਹਿੰਦੂਆਂ ਦਾ ਹੈ। ਇੱਥੇ ਉਹਨਾਂ ਦਾ ਖੁਦਾ ਦੇ ਨਾਮ ਤੇ ਜਾਨਵਰਾਂ ਦੀ ਕੁਰਬਾਨੀ ਦੇਣੀ ਚਾਹੀਦੀ ਹੈ ਵਾਲਾ ਭਰੋਸਾ ਛੱਡ ਕੇ ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਵਾਲਾ ਨੁਕਤਾ ਪਕੜ ਲਿਆ ਹੈ। ਇਹ ਗੱਲ ਤਾਂ ਹੁਣ ਉਹ ਆਖ ਨਹੀਂ ਸਕਦੇ ਕਿ ਸਭ ਵਿੱਚ ਖੁਦਾ ਨਹੀਂ। ਇਸ ਵਾਸਤੇ ਉਹਨਾਂ ਦਾ ਸਿਧਾਂਤ ਗਲਤ ਸਾਬਤ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਹਲਾਲ ਕੀਤਾ ਹੋਇਆ ਜਾਨਵਰ ਖੁਦਾ ਦੀ ਭੇਟਾ ਹੋ ਜਾਂਦਾ ਹੈ, ਕਿਉਂਕਿ ਉਹ ਜਾਨਵਰ ਵੀ ਖੁਦਾ ਦਾ ਆਪਣਾ ਹੀ ਮਾਲ ਹੈ। ਦੂਜਾ ਆਦਮੀ ਇਸ ਦਾ ਦਾਤਾ ਬਣ ਕੇ ਮਾਣ ਕਿਉਂ ਕਰੇ। ਇਸ ਤਰ੍ਹਾਂ ਕਬੀਰ ਜੀ ਨੇ ਟੇਢੇ ਤਰੀਕੇ ਨਾਲ ਉਹਨਾਂ ਦੇ ਬੇਦ ਕਤੇਬਾਂ ਦੇ ਕੁਰਬਾਨੀ ਵਾਲੇ ਸਿਧਾਂਤ ਨੂੰ ਗਲਤ ਸਾਬਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹੋ ਭਗਤ ਜੀ ਤੇਲੰਗ ਰਾਗ ਵਿੱਚ ਇੱਕ ਸ਼ਬਦ ਕਥਨ ਕਰ ਆਏ ਹਨ, ਜਿਸ ਵਿੱਚ ਬਗੈਰ ਕਿਸੇ ਵੱਲ ਵਿੰਗ ਦੇ ਬੇਦਾਂ ਕਤੇਬਾਂ ਨੂੰ ਝੂਠੇ ਸਾਬਤ ਕਰ ਆਏ ਹਨ। ਜਥਾ ਬੇਦ ਕਤੇਬ ਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਏ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਸੂਰਤ ਨਾਹੀ, ਪੰਨਾ 727। ਇੱਥੇ ਬੇਦ ਕਤੇਬ ਤੋਂ ਕੇਵਲ ਹਿੰਦੂਆਂ ਦੇ 4 ਬੇਦ ਤੇ ਮੁਸਲਮਾਨਾਂ ਦਾ ਕੁਰਾਨ ਦਾ ਹੀ ਭਾਵ ਨਹੀਂ, ਆਮ ਧਰਮ ਪੁਸਤਕਾਂ ਦੀ ਗੱਲ ਹੈ। ਇੱਥੇ ਅਫਿਤਰਾ ਦਾ ਅਰਥ ਝੂਠ ਹੀ ਬਣਦਾ ਹੈ ਤੇ ਦਰੋਗ ਨਾਮ ਵੀ ਝੂਠ ਦਾ ਹੀ ਹੈ। ਸੋ ਇੱਥੇ ਸਾਬਤ ਗੱਲ ਇਹ ਹੋਈ ਕਿ ਬੇਦ ਕਤੇਬ ਕਈ ਗੱਲਾਂ ਵਿੱਚ ਗਲਤ ਵੀ ਹਨ ਤੇ ਲੋਕੀ ਉਹਨਾਂ ਵਿੱਚੋਂ ਦਰੋਗ ਝੂਠੀਆਂ ਗੱਲਾਂ ਪੜ ਪੜ ਕੇ ਬੇਖਬਰ ਬੇਸਮਝੀ ਦੇ ਕਾਰਨ ਬਾਦ ਝਗੜੇ ਬਕਾਹੇ ਬਕਦੇ ਹਨ। ਹੁਣ ਆਓ ਫਿਰ ਪਹਿਲੀ ਗੱਲ ਵੱਲ। ਈਸ਼ਵਰ ਦੀ ਬਣਾਈ ਹੋਈ ਕੋਈ ਚੀਜ਼ ਵੀ ਐਸੀ ਨਹੀਂ ਜਿਸ ਉੱਤੇ ਅਸੀਂ ਆਪਣੀ ਮਲਕੀਅਤ ਕਾਇਮ ਕਰ ਸਕੀਏ ਤੇ ਫਿਰ ਉਸ ਨੂੰ ਖੁਦਾ ਦੀ ਭੇਟਾ ਕਰਕੇ ਉਸ ਉੱਤੇ ਅਹਿਸਾਨ ਕਰੀਏ। ਇਸੇ ਲਈ ਭਗਤ ਰਵਿਦਾਸ ਜੀ ਨੇ ਹਿੰਦੂਆਂ ਵੱਲੋਂ ਠਾਕੁਰ ਪੂਜਾ ਲਈ ਮਿਥੀ ਹੋਈ ਸਮੱਗਰੀ ਨੂੰ ਆਪਣੇ ਠਾਕੁਰ ਈਸ਼ਵਰ ਪੂਜਾ ਦੇ ਯੋਗ ਨਹੀਂ ਸਮਝਿਆ ਤੇ ਉਸ ਦੇ ਥਾਂ ਵਾਹਿਗੁਰੂ ਦਾ ਨਾਮ ਸਿਮਰਨ ਹੀ ਉਸ ਦੀ ਪੂਜਾ ਲਈ ਉੱਤਮ ਸਮੱਗਰੀ ਮੰਨੀ ਹੈ। ਇਸ ਸਿਧਾਂਤ ਨੂੰ ਸਮਝਣ ਲਈ ਭਗਤ ਰਵਿਦਾਸ ਜੀ ਦਾ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸਾਰਾ ਸ਼ਬਦ ਨਾਮ ਤਿਰੁ ਆਰਤੀ ਮਜਨ ਮੁਰਾਰੇ ਤੋਂ ਲੈ ਕੇ ਸਤਿਨਾਮ ਹੈ ਹਰ ਭੋਗ ਤੁਹਾਰੇ ਤੱਕ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ ਹੈ। ਜਿਸ ਤਰ੍ਹਾਂ ਇਹਨਾਂ ਪ੍ਰਮਾਣਾਂ ਵਿੱਚ ਇਹ ਗੱਲ ਸਾਬਤ ਕੀਤੀ ਗਈ ਹੈ, ਇਹਨਾਂ ਚੀਜ਼ਾਂ ਵਿੱਚੋਂ ਕੋਈ ਐਸੀ ਵਸਤ ਨਹੀਂ ਜਿਸ ਨੂੰ ਅਸੀਂ ਖੁਦਾ ਦੀ ਭੇਟਾ ਦੇ ਯੋਗ ਸਮਝੀਏ। ਪਰ ਐਸਾ ਨਹੀਂ ਹੋ ਸਕਦਾ ਕਿ ਅਸੀਂ ਇੱਥੇ ਕਥਨ ਕੀਤੀਆਂ ਗਈਆਂ ਆਸਨੋ ਉਰਸੋ ਆਦਿਕ ਵਸਤਾਂ ਨੂੰ ਆਪਣੀ ਜ਼ਿੰਦਗੀ ਦੀ ਵਰਤੋਂ ਵਿੱਚ ਖਾਰਜ ਕਰ ਦਈਏ।
ਇਹ ਤਾਂ ਸਿਰਫ ਇਹ ਗੱਲ ਦੱਸਣ ਲਈ ਹੈ ਕਿ ਇਹ ਸਭ ਪਦਾਰਥ ਵਾਹਿਗੁਰੂ ਦੀ ਦਾਤ ਹਨ ਤੇ ਇਹਨਾਂ ਵਿੱਚੋਂ ਕੋਈ ਵਸਤੂ ਵਾਹਿਗੁਰੂ ਦੀ ਭੇਟਾ ਕਰਨ ਦਾ ਮਾਣ ਕਰੀਏ ਤਾਂ ਇਹ ਸਾਡੀ ਸਖਤ ਭੁੱਲ ਹੈ। ਜਿਸ ਤਰ੍ਹਾਂ ਮੁੱਲਾਂ ਮੁਲਾਣਿਆਂ ਨੇ ਕੁਰਬਾਨੀ ਦੀ ਆੜ ਵਿੱਚ ਆਪਣੀ ਉਦਰ ਪੂਰਤੀ ਦਾ ਢੰਗ ਬਣਾਇਆ ਹੋਇਆ ਸੀ, ਉਸੇ ਤਰ੍ਹਾਂ ਹਿੰਦੂ ਪੰਡਤਾਂ ਨੇ ਠਾਕਰ ਪੂਜਾ ਤੇ ਪਿੱਤਰ ਪੂਜਾ ਦੇ ਬਹਾਨੇ ਆਪਣੀ ਗੱਡੀ ਰੇੜੀ ਹੋਈ ਸੀ। ਕਬੀਰ ਜੀ ਮੁੱਲਾਂ ਮੁਲਾਣਿਆਂ ਦੀ ਖੁੰਬ ਠੱਪ ਕੇ ਹੁਣ ਹਿੰਦੂ ਪੰਡਤਾਂ ਦੇ ਪਖੰਡ ਦਾ ਪੋਲ ਖੋਲ੍ਹਦੇ ਹਨ। ਆਸਾ ਰਾਗ ਵਿੱਚ ਇਸ ਭਾਵ ਦਾ ਪਾਤੀ ਤੋਰੇ ਮਾਲਣੀ ਵਾਲਾ ਇੱਕ ਸ਼ਬਦ ਦਰਜ ਹੈ। ਉਸ ਦੇ ਮੂਲ ਪਾਠ ਨੂੰ ਛੱਡ ਕੇ ਉਸ ਦਾ ਸਮੁੱਚਾ ਭਾਵ ਅਰਥ ਪਾਠਕਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ। ਕਬੀਰ ਜੀ ਇੱਥੇ ਇੱਕ ਭੋਲੀ ਭਾਲੀ ਸ਼ਰਧਾਵਾਨ ਮਾਲਣ ਜੋ ਪੰਡਤਾਂ ਦੀ ਬਹਿਕਾਈ ਹੋਈ ਠਾਕਰ ਪੂਜਾ ਕਰਨ ਜਾ ਰਹੀ ਹੈ, ਜਿਸ ਨੇ ਠਾਕਰਾਂ ਨੂੰ ਭੋਗ ਲਵਾਉਣ ਵਾਸਤੇ ਕੁਝ ਖਾਣ ਪੀਣ ਵਾਲੇ ਪਦਾਰਥ ਵੀ ਨਾਲ ਲਏ ਹੋਏ ਹਨ, ਉਸ ਵੱਲ ਵੇਖ ਕੇ ਇਹ ਉਪਦੇਸ਼ ਉਸ ਨੂੰ ਦਿੰਦੇ ਹਨ। ਜਿਸ ਤਰ੍ਹਾਂ ਮੁਸਲਮਾਨਾਂ ਨੂੰ ਆਖਿਆ ਗਿਆ ਸੀ ਕਿ ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤਉ ਕਿਉਂ ਮੁਰਗੀ ਮਾਰੇ, ਉਸੇ ਤਰ੍ਹਾਂ ਹੁਣ ਠਾਕਰ ਪੂਜਾ ਲਈ ਬਨਸਪਤੀ ਦੇ ਪੱਤਰ, ਟਾਹਣੀਆਂ ਤੇ ਫੁੱਲ ਫਲ ਆਦਿਕ ਤੋੜਨ ਅਤੇ ਠਾਕੁਰਾਂ ਨੂੰ ਪੰਜੀਰੀ ਖਵਾਉਣ ਵਾਲੀ ਮਾਲਣ ਨੂੰ ਸੰਬੋਧਨ ਕਰਕੇ ਆਖਦੇ ਹਨ, ਹੇ ਮਾਲਣ, ਵੇਖ ਤੂੰ ਜੋ ਪੱਤੇ ਤੋੜ ਰਹੀ ਹੈ ਉਹਨਾਂ ਸਾਰਿਆਂ ਵਿੱਚ ਜੀਵ ਹੈ, ਪਰ ਜਿਸ ਪੱਥਰ ਦੀ ਪੂਜਾ ਵਾਸਤੇ ਪੱਤੇ ਤੋੜਨ ਰੂਪੀ ਜੀਵ ਹੱਤਿਆ ਕਰ ਰਹੀ ਹੈ ਉਹ ਨਰਜੀਵ ਜੜ ਹੈ। ਸੋ ਹੇ ਮਾਲਣ, ਇਨ੍ਹਾਂ ਪਖੰਡੀ ਪਾਂਡਿਆਂ ਦੇ ਢਹੇ ਚੜ੍ਹ ਕੇ ਜਿਹੜਾ ਤਰੀਕਾ ਤੂੰ ਅਖਤਿਆਰ ਕਰ ਰੱਖਿਆ ਹੈ ਇਹ ਤੇਰੀ ਭੁੱਲ ਹੈ। ਅਕਾਲ ਪੁਰਖ ਜਿਉਂਦਾ ਜਾਗਦਾ ਗੁਰਦੇਵ ਠਾਕੁਰ ਹੈ, ਤੂੰ ਉਸ ਦੀ ਪੂਜਾ ਕਰਿਆ ਕਰ। ਵੇਖ ਜਿਹੜੇ ਤੂੰ ਰੁੱਖ ਦਰਖਤ ਜਾਂ ਬੂਟੇ ਭੰਨ ਰਹੀ ਹੈ ਇਹਨਾਂ ਦੇ ਪੱਤੇ ਬ੍ਰਹਮਾ ਦਾ ਰੂਪ ਹਨ। ਵਿਸ਼ਨੂੰ ਭਗਵਾਨ ਟਾਹਣੀਆਂ ਤੇ ਸ਼ਿਵ ਜੀ ਮਹਾਰਾਜ ਫੁੱਲਾਂ ਵਿੱਚ ਨਿਵਾਸ ਰੱਖਦੇ ਹਨ। ਸੋ ਇਸ ਤਰ੍ਹਾਂ ਤੂੰ ਤਿੰਨੇ ਦੇਵਤੇ ਪ੍ਰਤੱਖ ਤੋੜ ਕੇ ਮਾਰ ਸੁੱਟੇ। ਫਿਰ ਤੂੰ ਦੱਸ ਹੋਰ ਕਿਹੜੇ ਦੇਵਤੇ ਦੀ ਸੇਵਾ ਕਰਦੀ ਹੈ? ਫਿਰ ਇਹ ਜਿਹੜੀਆਂ ਦੇਵਤਿਆਂ ਦੀਆਂ ਮੂਰਤਾਂ ਛਾਤੀ ਉੱਤੇ ਪੈਰ ਰੱਖ ਕੇ ਪੱਥਰ ਦੀਆਂ ਘੜੀਆਂ ਹੋਈਆਂ ਹਨ, ਜੇ ਸੱਚੀਆਂ ਹੋਣ ਤਾਂ ਇਹਨਾਂ ਘੜਨ ਵਾਲਿਆਂ ਨੂੰ ਹੀ ਖਾ ਜਾਣ। ਹੋਰ ਜੋ ਤੂੰ ਦਾਲ ਚੌਲ ਕੜਾਹ ਤੇ ਪੰਜੀਰੀ ਇਹਨਾਂ ਮੂਰਤੀਆਂ ਅੱਗੇ ਰੱਖਦੀ ਹੈ ਇਹ ਵੀ ਠਾਕਰਾਂ ਨੇ ਨਹੀਂ ਖਾਣੀਆਂ, ਇਹ ਤਾਂ ਇਹਨਾਂ ਪੁਜਾਰੀ ਪੰਡਤਾਂ ਨੇ ਹੀ ਹੜੱਪ ਕਰ ਜਾਣੀਆਂ ਹਨ। ਠਾਕਰਾਂ ਦੇ ਸਿਰਫ ਮੂੰਹ ਨੂੰ ਛੁਹਾਣੀਆਂ ਹਨ ਤੇ ਫਿਰ ਕੀੜੀਆਂ ਚੜ੍ਹਨ ਤੋਂ ਡਰਨ ਤੋਂ ਬਚਾਉਣ ਵਾਸਤੇ ਇਹਨਾਂ ਨੇ ਠਾਕਰਾਂ ਦੇ ਮੂੰਹ ਵਿੱਚ ਸੁਆਹ ਹੀ ਪਾਉਣੀ ਹੈ, ਮਲ ਦੇਣੀ ਹੈ। ਸੋ ਹੁਣ ਜਿਹੜੇ ਸੱਜਣ ਤੋ ਕਿਉਂ ਮੁਰਗੀ ਮਾਰੇ ਕਹਿ ਕਹਿ ਕੇ ਅਸਮਾਨ ਸਿਰ ਤੇ ਚੁੱਕ ਲੈਂਦੇ ਹਨ, ਕਿਹੜੇ ਪਾਸੇ ਜਾਣਗੇ? ਇਹ ਗੁਰੂ ਰੂਪ ਬਾਣੀ ਤਾਂ ਸਾਫ਼ ਦੱਸ ਰਹੀ ਹੈ ਕਿ ਰੁੱਖਾਂ ਦੇ ਪੱਤਰਾਂ ਟਾਹਣੀਆਂ ਤੇ ਫੁੱਲ ਏਕ ਖੁਦਾਏ ਕਹਿਤ ਹੋ, ਤਾਂ ਫਿਰ ਰੁੱਖ ਦੀ ਦਾਤਣ ਕਿਉਂ ਕਰਦੇ ਹੋ? ਚਾਹ ਦੀਆਂ ਪੱਤੀਆਂ ਕਿਉਂ ਉਬਾਲਦੇ ਹੋ? ਗੁਲਾਬ ਦੇ ਫੁੱਲਾਂ ਦੀ ਗੁਲਕੰਦ ਕਿਉਂ ਖਾਂਦੇ ਹੋ? ਕਿਉਂਕਿ ਇਸ ਦੀ ਬੜੀ ਸਾਬਤ ਹੁੰਦੇ ਹੋ। ਜਿੱਥੇ ਤੁਹਾਨੂੰ ਕਬੀਰ ਜੀ ਦੀ ਮੁਰਗੀ ਮਾਰੇ ਵਾਲੀ ਤੁਕ ਪੜ੍ਹ ਕੇ ਮੁਰਗੀ ਤੇ ਤਰਸ ਆਉਂਦਾ ਹੈ, ਇਸੇ ਤਰ੍ਹਾਂ ਇਹਨਾਂ ਦੇਵਤਿਆਂ ਤੇ ਵੀ ਤਰਸ ਕਰੋ। ਜੋ ਕਬੀਰ ਜੀ ਨੇ ਉਤਲੇ ਸ਼ਬਦਾਂ ਵਿੱਚ ਕਥਨ ਕੀਤਾ ਹੈ ਉਹ ਕੁਝ ਹੇਠ ਲਿਖੇ ਵਿੱਚ ਕੀਤਾ ਹੈ, ਪਰ ਉੱਪਰਲੇ ਸ਼ਬਦ ਵਿੱਚ ਬਨਸਪਤੀ ਤੇ ਹੇਠਲੇ ਵਿੱਚ ਜੰਗਮ ਜੀਵਾਂ ਦੀ ਦੇਵਤਿਆਂ ਦੀਆਂ ਮੂਰਤਾਂ ਅੱਗੇ ਕੁਰਬਾਨੀ ਦੇਣ ਦਾ ਹਵਾਲਾ ਹੈ। ਜਥਾ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜਿਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਐ ਆਪਨ ਕਹਿਆ ਨ ਲਹੀ, ਸਰਜਿਓ ਕਾਟੇ ਨਿਰਜਿਓ ਪੂਜੈ ਅੰਤ ਕਾਲ ਕੋ ਭਾਰੀ, ਰਾਮ ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ। ਗੌੜੀ ਕਬੀਰ ਪੰਨਾ 332। ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਤੇ ਪਿੱਤਰਾਂ ਨੂੰ ਭੋਜਨ ਪਹੁੰਚਾਉਣ ਲਈ ਸ਼ਰਾਧਾਂ ਦਾ ਬਹਾਨਾ ਬਣਾਇਆ ਹੋਇਆ। ਉਹ ਆਪਣੇ ਜਜਮਾਨਾਂ ਨੂੰ ਆਖਦਾ ਸੀ ਕਿ ਜੇ ਤੁਸੀਂ ਸ਼ਰਾਧਾਂ ਵਿੱਚ ਬ੍ਰਾਹਮਣਾਂ ਨੂੰ ਮਾਸ ਦਾ ਭੋਜਨ ਖਵਾਓਗੇ ਤਾਂ ਤੁਹਾਡੇ ਪਿੱਤਰ ਸਵਰਗਾਂ ਵਿੱਚ ਉਸ ਮਾਸ ਦੇ ਰਸ ਨਾਲ ਤ੍ਰਿਪਤ ਹੋ ਜਾਣਗੇ, ਤੇ ਜੋ ਦੇਵੀ ਦੇਵਤਿਆਂ ਦੀਆਂ ਮੂਰਤਾਂ ਅੱਗੇ ਬੱਕਰੇ ਤੇ ਝੋਟੇ ਆਦਿਕ ਜੀਵਾਂ ਨੂੰ ਝਟਕਾ ਕੇ ਬਲੀਆਂ ਕੁਰਬਾਨੀਆਂ ਦਿਓਗੇ ਤਾਂ ਉਹ ਪ੍ਰਸੰਨ ਹੋ ਕੇ ਤੁਹਾਨੂੰ ਮਨ ਵਾਂਛਿਤ ਵਰ ਦੇਣਗੇ। ਇਸ ਵਾਸਤੇ ਜਜਮਾਨ ਉਹਨਾਂ ਬ੍ਰਾਹਮਣਾਂ ਦੀ ਸਿੱਖਿਆ ਅਨੁਸਾਰ ਮਿੱਟੀ ਤੇ ਪੱਥਰ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਅੱਗੇ ਜੀਵਾਂ ਦੀਆਂ ਬਲੀਆਂ ਦਿੰਦੇ ਸਨ ਤੇ ਉਹ ਬਲੀਦਾਨ ਹੋਇਆ ਮਾਸ ਆਪ ਹੀ ਖਾ ਜਾਂਦੇ ਸਨ। ਇਸ ਢੰਗ ਨਾਲ ਠੱਗੀ ਕਰਕੇ ਮਾਸ ਖਾਣ ਵਾਲੇ ਵਤੀਰੇ ਨੂੰ ਭਗਤ ਜੀ ਨੇ ਖੰਡਨ ਕੀਤਾ।
ਪਰ ਜਿਹੜੇ ਲੋਕ ਆਪਣਾ ਭੋਜਨ ਸਮਝ ਕੇ ਭਾਵੇਂ ਉਹ ਮਾਸ ਖਾਂਦੇ ਹਨ ਤੇ ਭਾਵੇਂ ਖੀਰ, ਇਸ ਨਿਯਮ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਹ ਸਰਜੀਓ ਨੂੰ ਕੱਟ ਕੇ ਕਿਸੇ ਨਿਰਜੀਵ ਵਸਤੂ ਦੀ ਪੂਜਾ ਨਹੀਂ ਕਰਦੇ। ਉਹ ਤਾਂ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਦੇ ਅਟਲ ਨਿਯਮ ਅਨੁਸਾਰ ਚੱਲ ਰਹੇ ਹਨ। ਹੋਰ ਜੇ ਕੁਕੜੀ ਤੇ ਬੱਕਰਾ ਸਰਜੀਓ ਹਨ ਤਾਂ ਇਹ ਮਨੁੱਖ ਵੀ ਸਰਜੀਓ ਹੈ। ਜੇ ਇਹ ਮਨੁੱਖ ਜੀਵ ਹੈ ਤਾਂ ਬਨਸਪਤੀ ਦੇ ਹਰੇਕ ਪੱਤੇ ਪਾਤੀ ਪਾਤੀ ਵਿੱਚ ਵੀ ਜੀਵ ਹੈ। ਸਰਜੀਓ ਦਾ ਸਰਜੀਓ ਨੂੰ ਖਾਣ ਦਾ ਸਿਧਾਂਤ ਇਸ ਵਿੱਚ ਵਿਤਕਰਾ ਪਾਉਂਦਾ ਹੈ। ਜੋ ਲੋਕ ਸਿੱਧੇ ਤਰੀਕੇ ਨਾਲ ਮਾਸ ਖਾਂਦੇ ਹਨ ਉਹ ਨਾ ਤਾਂ ਮੁਸਲਮਾਨਾਂ ਵਾਂਗੂ ਖੁਦਾ ਨੂੰ ਖੁਸ਼ ਕਰਨ ਦਾ ਫਰੇਬ ਤੇ ਨਾ ਹੀ ਪੰਡਤਾਂ ਵਾਂਗ ਕਿਸੇ ਦੇ ਪਿੱਤਰਾਂ ਲਈ ਮਾਸ ਦੀਆਂ ਬੇਟੀਆਂ ਭੇਜਣ ਦਾ ਇਕਰਾਰ ਕਰਨ ਵਾਲਾ ਪਖੰਡ ਕਰਦੇ ਹਨ। ਨੰਬਰ 2, ਰੋਜ਼ਾ ਧਰੇ ਮਨਾਵੇ ਅੱਲਾ, ਸੁਆਦਤ ਜੀ ਸੰਘਾਰੈ, ਆਪਾ ਦੇਖ ਅਵਰ ਨਹੀਂ ਦੇਖੈ, ਕਾਹੇ ਕਉ ਝੱਖ ਮਾਰੇ। ਪੰਨਾ 483। ਭਾਈ ਰਣਧੀਰ ਸਿੰਘ ਇਸ ਸ਼ਬਦ ਵਿੱਚ ਸੁਆਦਤ ਜੀ ਸੰਘਾਰੇ ਦਾ ਪਦ ਵੇਖ ਕੇ ਬੜਾ ਖਰੂਦ ਪਾਉਂਦੇ ਹਨ, ਪਰ ਇਸ ਦੀ ਤਹਿ ਤੱਕ ਨਹੀਂ ਪਹੁੰਚਦੇ। ਆਪ ਦਾ ਸੁਭਾਅ ਸੀ ਕਿ ਕਿਸੇ ਬਾਣੀ ਜਾਂ ਆਦ ਅੰਤ ਦਾ ਨੁਕਤਾ ਨਿਗਾਹ ਵੇਖੇ ਤੋਂ ਬਿਨਾਂ ਵਿੱਚੋਂ ਹੀ ਇੱਕ ਤੁਕ ਨੂੰ ਖਿੱਚ ਕੇ ਉਸ ਦਾ ਹੋਰ ਭਾਵ ਕੱਢ ਮਾਰਦੇ ਹਨ। ਮੈਂ ਇਸ ਗੱਲ ਨੂੰ ਪਿੱਛੇ ਚੰਗੀ ਤਰ੍ਹਾਂ ਖੋਲ ਕੇ ਦੱਸ ਆਇਆ ਹਾਂ ਕਿ ਜਿਸ ਤਰ੍ਹਾਂ ਕਾਜ਼ੀਆਂ ਨੇ ਖੁਦਾ ਦੀ ਪ੍ਰਸੰਨਤਾ ਦੇ ਬਹਾਨੇ ਕੁੱਕੜਾਂ ਤੇ ਬੱਕਰਿਆਂ ਦੀ ਕੁਰਬਾਨੀ ਦਾ ਰਿਵਾਜ ਪਾਇਆ ਸੀ, ਉਸੇ ਤਰ੍ਹਾਂ ਬ੍ਰਾਹਮਣਾਂ ਨੇ ਵੀ ਕਈ ਤਰੀਕੇ ਅਖਤਿਆਰ ਕਰ ਰੱਖੇ ਸਨ। ਕਾਜ਼ੀ ਦਿਖਾਵੇ ਦੇ ਤੌਰ ਤੇ ਰੋਜ਼ੇ ਰੱਖਦਾ, ਨਮਾਜ਼ਾਂ ਪੜ੍ਹਦਾ ਤੇ ਅੱਲਾ ਨੂੰ ਮਨਾਉਂਦਾ ਹੈ, ਪਰ ਆਪਣੇ ਦਿਲ ਵਿੱਚੋਂ ਕਪਟ ਤੇ ਕਠੋਰਤਾ ਨੂੰ ਦੂਰ ਨਹੀਂ ਕਰਦਾ। ਜੀਵਾਂ ਨੂੰ ਮਾਰਦਾ ਹੈ ਆਪਣੇ ਸਵਾਦ ਦੀ ਖਾਤਰ, ਪਰ ਆੜ ਲੈਂਦਾ ਹੈ ਖੁਦਾ ਦੀ। ਇਹ ਮਾਸ ਖਾਣ ਦੀ ਆਦਤ ਪੂਰੀ ਕਰਨ ਦਾ ਠੱਗੀ ਵਾਲਾ ਢੰਗ ਅਪਣਾਉਂਦਾ ਹੈ। ਭਗਤ ਜੀ ਇਸ ਠੱਗੀ ਵਾਲੇ ਢੰਗ ਦੇ ਹੀ ਬਖੀਏ ਉਧੇੜ ਰਹੇ ਹਨ। ਸਿੱਧੇ ਤਰੀਕੇ ਨਾਲ ਮਾਸ ਖਾਣ ਵਾਲਿਆਂ ਦੇ ਬਰਖਿਲਾਫ ਕੋਈ ਫਤਵਾ ਨਹੀਂ। ਜਿਸ ਤਰ੍ਹਾਂ ਖੁਦਾ ਦੀ ਪੂਜਾ ਦੇ ਬਹਾਨੇ ਸੁਆਦਤ ਜੀਓ ਸੰਘਾਰਨ ਵਾਲੇ ਕਾਜ਼ੀਆਂ ਦੀ ਨਿਸ਼ਾ ਕੀਤੀ ਹੈ, ਹੁਣ ਉਸੇ ਢੰਗ ਨਾਲ ਪਿੱਤਰਾਂ ਨੂੰ ਰਾਸ਼ਨ ਪਹੁੰਚਾਉਣ ਦੇ ਬਹਾਨੇ ਸੁਆਦਤ ਖੀਰ, ਮਾਲ ਪੂੜੇ ਤੇ ਖੋਏ ਦੇ ਪੇੜੇ ਹੜੱਪ ਕਰਨ ਵਾਲਿਆਂ ਦੀ ਵੀ ਖਬਰ ਲੈਂਦੇ ਹਨ। ਜਥਾ ਜੀਵਤ ਪਿੱਤਰ ਨਾ ਮਾਨੇ ਕੋ, ਮੂਏ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਹੋ ਕਿਉਂ ਪਾਵੇਂ, ਕਊਆ ਕੂਕਰ ਖਾਹੀ। ਪੰਨਾ 332। ਇੱਥੇ ਬ੍ਰਾਹਮਣ ਦੇ ਉਸ ਦਾਅਵੇ ਦਾ ਖੰਡਨ ਕੀਤਾ ਗਿਆ ਹੈ ਜਿਹੜਾ ਕਿ ਉਸ ਨੇ ਸ਼ਰਾਧਾਂ ਵਿੱਚ ਖੀਰਾਂ ਖਾ ਕੇ ਪਿੱਤਰਾਂ ਨੂੰ ਤ੍ਰਿਪਤ ਕਰਨ ਦਾ ਕੀਤਾ ਸੀ। ਭਗਤ ਜੀ ਕਹਿ ਰਹੇ ਹਨ ਕਿ ਇਸ ਤਰ੍ਹਾਂ ਦਾ ਦਿੱਤਾ ਹੋਇਆ ਭੋਜਨ ਪਿੱਤਰਾਂ ਨੂੰ ਨਹੀਂ ਪਹੁੰਚਦਾ। ਇਹ ਤਾਂ ਕਾਂ ਕੁੱਤੇ ਖਾ ਜਾਂਦੇ ਹਨ ਤੇ ਜਾਂ ਬ੍ਰਾਹਮਣ ਲੋਕ ਆਪਣੀ ਪੇਟ ਪੂਜਾ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸ਼ਰਾਧਾਂ ਵਿੱਚ ਪਿੱਤਰਾਂ ਨੂੰ ਰਾਸ਼ਨ ਭੇਜਣ ਵਾਲੇ, ਸਵਾਦਤ ਖੀਰ ਖਾਣ ਵਾਲੇ ਬ੍ਰਾਹਮਣਾਂ ਦੀ ਇਸ ਪੋਪ ਲੀਲਾ ਨੂੰ ਆਸਾ ਦੀ ਵਾਰ ਦੇ ਹੇਠ ਲਿਖੇ ਸ਼ਲੋਕ ਵਿੱਚ ਚੰਗੀ ਤਰ੍ਹਾਂ ਨੰਗਿਆਂ ਕੀਤਾ ਹੈ। ਜਥਾ ਜੇ ਮੋਹਾਕਾ ਘਰਮ ਹੈ, ਘਰਮ ਪਿੱਤਰੀ ਦੇ, ਅੱਗੇ ਵਸਤ ਸਿਆਣੀਐ, ਪਿੱਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ, ਮੁਸਰੀ ਇਹ ਕਰੇ, ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ। ਪੰਨਾ 472। ਇੱਥੇ ਗੁਰੂ ਜੀ ਇਹ ਜੁਗਤੀ ਵਰਤ ਰਹੇ ਹਨ ਕਿ ਜੇ ਕੋਈ ਮੁਹਾਕਾ ਚੋਰ ਕਿਸੇ ਦਾ ਘਰ ਲੁੱਟ ਕੇ ਆਪਣੇ ਪਿੱਤਰਾਂ ਨਿਮਿਤ ਸ਼ਰਾਧ ਕਰਕੇ ਉਹ ਚੀਜ਼ ਬ੍ਰਾਹਮਣਾਂ ਨੂੰ ਦਾਨ ਕਰ ਦੇਵੇ ਤੇ ਅੱਗੇ ਸੁਰਗ ਵਿੱਚ ਬੈਠੇ ਚੁਰਾਈ ਗਈ ਚੀਜ਼ ਵਾਲੇ ਦੇ ਪਿੱਤਰ ਉਸ ਆਪਣੀ ਘਰ ਦੀ ਵਸਤੂ ਨੂੰ ਸਿਆਣ ਲੈਣ ਤਾਂ ਕਿਸੇ ਦਾ ਘਰ ਭੰਨ ਕੇ ਦਾਨ ਕਰਨ ਵਾਲੇ ਦੇ ਪਿੱਤਰ ਵੀ ਚੋਰ ਸਾਬਤ ਹੋ ਜਾਣਗੇ। ਇਸ ਲਈ ਨਿਆਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਇਸ ਚੋਰੀ ਦੇ ਮਾਲ ਨੂੰ ਅੱਗੇ ਪਹੁੰਚਾਉਣ ਵਾਲੇ ਦਲਾਲ ਵਿਚੋਲੇ ਬ੍ਰਾਹਮਣ ਦੇ ਹੱਥ ਵੱਢੇ ਜਾਣ। ਭਾਵ ਕਿ ਜੇ ਸੁਰਗਾਂ ਵਿੱਚ ਬੈਠੇ ਚੋਰਾਂ ਦੇ ਪਿੱਤਰਾਂ ਦੇ ਉੱਥੇ ਹੱਥ ਵੱਢੇ ਜਾਣ ਤੇ ਬ੍ਰਾਹਮਣ ਦੇ ਹੱਥ ਇੱਥੇ ਮਾਤ ਲੋਕ ਵਿੱਚ ਹੀ ਵੱਢੇ ਜਾਣੇ ਚਾਹੀਦੇ ਹਨ। ਸੋ ਐਸਾ ਹੁੰਦਾ ਕਦੇ ਨਹੀਂ ਵੇਖਿਆ, ਜਿਸ ਕਰਕੇ ਬ੍ਰਾਹਮਣਾਂ ਦਾ ਇਹ ਸਭ ਪਖੰਡ ਹੈ। ਸੋ ਇੱਥੇ ਖੀਰ, ਪੂਰੀ, ਕੜਾਹ ਤੇ ਲੱਡੂ ਪੇੜਿਆਂ ਦੇ ਖਾਣ ਦਾ ਨਿਸ਼ੇਧ ਨਹੀਂ, ਨਖੇਧ ਸਿਰਫ ਬ੍ਰਾਹਮਣ ਦੀ ਠੱਗੀ ਦਾ ਹੈ। ਇਸੇ ਤਰ੍ਹਾਂ ਕਾਜੀ ਦੇ ਸੁਆਦਤ ਜੀ ਸੰਘਾਰੇ ਵਾਲੇ ਸ਼ਬਦ ਤੋਂ ਮਾਸ ਖਾਣ ਦਾ ਨਖੇਧ ਨਹੀਂ। ਕੁਰਬਾਨੀ ਦਾ ਬਹਾਨਾ ਅੱਗੇ ਰੱਖ ਕੇ ਆਪਣਾ ਸਵਾਦ ਚਸਕਾ ਪੂਰਾ ਕਰਨ ਲਈ ਜੀਆਂ ਨੂੰ ਸੰਘਾਰਨ ਦਾ ਨਖੇਧ ਹੈ।
ਇਸੇ ਪ੍ਰਥਾਏ ਕਬੀਰ ਜੀ ਦੇ ਕੁਝ ਹੋਰ ਵੀ ਸ਼ਲੋਕ ਹਨ ਤੇ ਉਹਨਾਂ ਵਿੱਚ ਵੀ ਇਸ ਕੁਰਬਾਨੀ ਦੇ ਤਰੀਕੇ ਨਾਲ ਬਦੋ ਬਦੀ ਧੱਕੇ ਨਾਲ ਕੁਰਬਾਨੀ ਲੈਣ ਦੇ ਸਿਧਾਂਤ ਦਾ ਖੰਡਨ ਕੀਤਾ ਗਿਆ ਹੈ। ਕੁਰਬਾਨੀ ਉਹ ਹੈ ਜੋ ਖੁਸ਼ੀ-ਖੁਸ਼ੀ ਦਿੱਤੀ ਜਾਵੇ ਤੇ ਹੋਵੇ ਵੀ ਆਪਣੇ ਦੀ। ਪਰ ਜਿਹੜਾ ਜੀਵ ਆਪਣੇ ਆਪ ਨੂੰ ਕੁਰਬਾਨੀ ਦਾ ਬੱਕਰਾ ਨਹੀਂ ਬਣਨਾ ਚਾਹੁੰਦਾ, ਉਸ ਨੂੰ ਬਦੋ ਬਦੀ ਅੱਗੇ ਕਰਨਾ ਜਬਰੀ ਭਰਤੀ ਦੇ ਤੁਲ ਹੈ। ਮੁੱਲਾਂ ਲੋਕ ਕੁਰਬਾਨੀ ਦੇ ਬਹਾਨੇ ਗਲ ਵੱਢਦੇ ਹਨ ਜਾਨਵਰ ਦਾ, ਮਾਸ ਖਾਂਦੇ ਹਨ ਆਪ ਤੇ ਅਹਿਸਾਨ ਕਰਦੇ ਹਨ ਖੁਦਾ ਉੱਤੇ। ਇਹ ਤਰੀਕਾ ਉਹਨਾਂ ਦਾ ਜ਼ੋਰ ਜ਼ੁਲਮ ਵਾਲਾ ਤੇ ਠੱਗੀ ਭਰਪੂਰ ਹੈ। ਇਸੇ ਭਾਵ ਦੇ ਇਹ ਸ਼ਲੋਕ ਹਨ ਜੋ ਇੱਥੇ ਦਰਜ ਕੀਤੇ ਜਾਂਦੇ ਹਨ। ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਦਫ਼ਤਰ ਲੇਖਾ ਮੰਗੀਐ, ਹੋਏਗਾ ਕੌਣ ਹਵਾਲ। ਕਬੀਰ ਖੂਬ ਖਾਨਾ ਖਿਚਰੀ, ਜਾਮੈ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ, ਗਲਾ ਕਟਾਵੇ ਕੌਣ। ਪੰਨਾ 1374। ਪਹਿਲੇ ਸ਼ਲੋਕ ਤੋਂ ਕਈ ਸੱਜਣ ਇਹ ਖਿਆਲ ਬਣਾ ਲੈਂਦੇ ਹਨ ਕਿ ਇੱਥੇ ਲੇਖੇ ਪਤੇ ਦਾ ਸਿਧਾਂਤ ਕੁੱਕੜੀਆਂ ਦੇ ਮਾਰਨ ਦਾ ਹੀ ਲੇਖਾ ਪਤਾ ਹੈ, ਪਰ ਅਸਲ ਵਿੱਚ ਇੱਥੇ ਕੁੱਕੜੀਆਂ ਦੇ ਮਾਰਨ ਦਾ ਹਿਸਾਬ ਕਿਤਾਬ ਨਹੀਂ, ਸਗੋਂ ਜ਼ਿੰਦਗੀ ਵਿੱਚ ਕੀਤੇ ਸਾਰੇ ਚੰਗੇ ਮੰਦੇ ਕਰਮਾਂ ਦਾ ਭਾਵ ਹੈ, ਜਿਹਾ ਕਿ ਚੋਰੀ, ਡਾਕਾ, ਠੱਗੀ, ਛਲ ਕਪਟ, ਝੂਠ, ਨਿੰਦਾ, ਚੁਗਲੀ, ਈਰਖਾ, ਦਵੈਖ ਤੇ ਬਿਭਚਾਰ ਆਦਿਕ। ਕਾਜੀ ਲੋਕਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਜਾਨਵਰ ਦੀ ਕੁਰਬਾਨੀ ਦੇਣ ਨਾਲ ਖੁਦਾ ਇਸ ਪ੍ਰਕਾਰ ਦੇ ਸਾਰੇ ਗੁਨਾਹ ਬਖਸ਼ ਦਿੰਦਾ ਹੈ। ਕਬੀਰ ਜੀ ਕਹਿ ਰਹੇ ਹਨ ਕਿ ਇੱਕ ਕੁਕੜੀ ਦੀ ਕੁਰਬਾਨੀ ਦੇਣ ਨਾਲ ਗੁਨਾਹ ਨਹੀਂ ਬਖਸ਼ੇ ਜਾਣੇ। ਜਿਹੜਾ ਗੁਨਾਹ ਦਾ ਹਿਸਾਬ ਕਿਤਾਬ ਇੱਕ ਵੱਡੇ ਸਾਰੇ ਦਫ਼ਤਰ ਦਾ ਰੂਪ ਧਾਰਨ ਕਰ ਗਿਆ ਹੈ, ਇਸ ਛੋਟੀ ਜਿਹੀ ਰਕਮ ਜਾਨਵਰ ਦੀ ਕੁਰਬਾਨੀ ਤਾਰਨ ਨਾਲ ਨਿਬੜ ਨਹੀਂ ਸਕਦਾ। ਜੇਕਰ ਇਸ ਤੋਂ ਇਹ ਸਮਝਿਆ ਜਾਏ ਕਿ ਲੇਖੇ ਪਤੇ ਦਾ ਭਾਵ ਇੱਕ ਕੁਕੜੀ ਦਾ ਲੇਖਾ ਹੀ ਹੈ, ਤਾਂ ਜਿਹੜੇ ਲੋਕ ਮਾਸ ਨਹੀਂ ਖਾਂਦੇ ਉਹਨਾਂ ਦੇ ਜ਼ਿੰਮੇ ਤਾਂ ਹੋਰ ਕੋਈ ਰਕਮ ਹੀ ਨਹੀਂ ਨਿਕਲਣੀ ਚਾਹੀਦੀ, ਤੇ ਇਸ ਤੋਂ ਬਿਨਾਂ ਚੋਰੀ, ਜਾਰੀ, ਠੱਗੀ, ਨਿੰਦਾ, ਚੁਗਲੀ ਕੋਈ ਵੀ ਗੁਨਾਹ ਨਹੀਂ। ਗੁਰਬਾਣੀ ਵਿੱਚ ਤਾਂ ਲੇਖੇ ਪਤੇ ਦੀਆਂ ਵੱਡੀਆਂ ਰਕਮਾਂ ਇਹ ਹਨ। ਜਥਾ ਨੰਬਰ 1, ਖੁਸ ਖੁਸ ਲੈਂਦਾ ਵਸਤ ਭਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਪੰਨਾ 1020। ਨੰਬਰ 2, ਹੱਟ ਪੱਟਣ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਪੰਨਾ 156। ਨੰਬਰ 3, ਤੱਕੈ ਨਾਰ ਭਰਾਈਆਂ, ਲੁਕ ਅੰਦਰ ਠਾਣੀ, ਅਜ਼ਰਾਇਲ ਫਰਿਸ਼ਤਾ ਤਿਲ ਪੀੜੇ ਕਹਾਣੀ। ਪੰਨਾ 315। ਇਸ ਤਰ੍ਹਾਂ ਕੁਰਬਾਨੀ ਦੇ ਬਹਾਨੇ ਧੱਕੇ ਨਾਲ ਜਾਨਵਰਾਂ ਨੂੰ ਮਾਰ ਕੇ ਮਾਸ ਖਾਣ ਨਾਲੋਂ ਖਿਚੜੀ ਖਾ ਲੈਣੀ ਹੀ ਚੰਗੀ ਹੈ, ਕਿਉਂਕਿ ਕੁਰਬਾਨੀ ਦਾ ਮਾਸ ਤਾਂ ਨਿਰਾਪੁਰਾ ਠੱਗੀ ਦਾ ਹੀ ਮਾਸ ਹੈ ਤੇ ਠੱਗ ਖਾਦਾ ਮੁਰਦਾਰ ਹੁੰਦਾ। ਇਸ ਲਈ ਮਾਸ ਦੀ ਰੋਟੀ ਵਾਸਤੇ ਜਾਨਵਰਾਂ ਦੇ ਗਲੇ ਕੌਣ ਕੱਟਦਾ ਕਟਾਉਂਦਾ ਫਿਰੇ। ਮੈਂ ਤਾਂ ਐਸਾ ਕਰਨ ਲਈ ਤਿਆਰ ਨਹੀਂ। ਇਹ ਹੈ ਅਸਲੀ ਭਾਵ ਇਸ ਸ਼ਲੋਕ ਦਾ। ਭਾਈ ਸਾਹਿਬ ਹੀਰਾ ਦਾ ਅਰਥ ਇੱਥੇ ਸ਼ਿਕਾਰ ਕਰਦੇ ਹਨ, ਜੋ ਉੱਕਾ ਹੀ ਅਸ਼ੁੱਧ ਹੈ। ਭਾਈ ਰਣਧੀਰ ਸਿੰਘ ਜੀ ਆਪਣੇ ਪੱਖ ਦੀ ਪੁਸ਼ਟੀ ਲਈ ਗੁਰਬਾਣੀ ਦੇ ਜਾਣ ਬੁੱਝ ਕੇ ਗਲਤ ਅਰਥ ਕਰਦੇ ਹੋਏ ਝਿਜਕਦੇ ਨਹੀਂ ਸਨ। ਜਿਹਾ ਫੜਦਾ ਫੜ ਕੇ ਮਾਨਸ ਦਾ ਮਾਸ, ਭੰਗਾ ਅਰਭਾਂਗ ਦਾ ਮਾਸ। ਸੋ ਇਸੇ ਤਰ੍ਹਾਂ ਇੱਥੇ ਹੀਰਾ ਪਦ ਦਾ ਅਰਥ ਸ਼ਿਕਾਰ ਕਰ ਮਾਰਿਆ ਹੈ। ਇਹ ਉਹਨਾਂ ਦੀ ਘਟੀਆ ਖੋਜ ਦਾ ਸਿੱਟਾ ਹੈ, ਕਿਉਂਕਿ ਗੁਰਬਾਣੀ, ਇਤਿਹਾਸ ਅਤੇ ਕੋਸ਼ਾਂ ਵਿੱਚ ਅਹੀਰਾ, ਅਖੇੜ ਜਾਂ ਅਖੇਟ ਪਦ ਸ਼ਿਕਾਰ ਲਈ ਵਰਤੇ ਗਏ, ਜਿਹਾ ਕਿ ਅਹੀਰਾ ਪਾਇਓ ਘਰ ਕੇ ਗਾਏ, ਪਰ ਹੀਰਾ ਪਦ ਦਾ ਅਰਥ ਹੈ ਮਾਸ। ਇਸ ਗੱਲ ਨੂੰ ਸਮਝਣ ਲਈ ਬਾਬਾ ਫਰੀਦ ਜੀ ਦੇ ਹੇਠ ਲਿਖੇ ਸ਼ਲੋਕਾਂ ਵਿੱਚ ਹੇੜਾ ਸ਼ਬਦ ਵੱਲ ਵੇਖੋ। ਹੇੜਾ ਤੇ ਹੀਰਾ ਵਿੱਚ ਅੜਾੜਾ ਤੇ ਰਾਰਾ ਦੀ ਵਿਲੱਖਣਤਾ ਹੈ। ਇਹ ਦੋਵੇਂ ਅੱਖਰ ਇੱਕ ਦੂਜੇ ਦੇ ਥਾਂ ਬਦਲ ਸਕਦੇ ਹਨ। ਨੰਬਰ 1, ਫਰੀਦਾ, ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਇਆੜਿਆਂ, ਹੇੜਾਂ ਜਲੇ ਮਜੀਠ ਚੋਂ, ਉੱਪਰ ਅੰਗਾਰਾ। ਪੰਨਾ 1379। ਨੰਬਰ 2, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਪੰਨਾ 1381। ਨੰਬਰ 3, ਸੋ ਹੇੜਾ ਘੜਿਆਲ ਜਿਉ ਡੁੱਖੀ ਰੈਣ ਵਿਹਾਏ। ਪੰਨਾ 1379। ਹੇੜਾ ਸਰੀਰ ਤੇ ਸਰੀਰ ਉਪਲਖਤ ਮਾਸ, ਕਿਉਂਕਿ ਮਾਸ ਸਰੀਰ ਨਾਲ ਹੀ ਲੱਗਾ ਹੋਇਆ ਹੈ, ਇਸ ਲਈ ਇੱਥੇ ਹੀਰਾ ਪਦ ਦਾ ਅਰਥ ਮਾਸ ਹੈ।
ਮਾਸ ਖਾ ਲਿਆ ਆਖ ਦਿੱਤਾ ਕੀ, ਤੇ ਸਰੀਰ ਦੇਹ ਖਾ ਲਿਆ ਕੀ। ਅਰਥਾਂ ਵਿੱਚ ਫਰਕ ਨਹੀਂ ਪੈਂਦਾ, ਪਰ ਭਾਈ ਰਣਧੀਰ ਸਿੰਘ ਇਹ ਸ਼ਬਦ ਦੇ ਸ਼ਿਕਾਰ ਅਰਥ ਕਰਕੇ ਸ਼ਿਕਾਰ ਦੀ ਨਿਖੇਧੀ ਲਈ ਵਰਤਦੇ ਹਨ। ਦੂਜੀ ਗੱਲ ਹੈ ਗਲਾ ਕਟਾਵੇ ਕੌਣ। ਬਹੁਤੇ ਸੱਜਣ ਇਸ ਦਾ ਗਲਤ ਭਾਵ ਇੰਜ ਸਮਝ ਲੈਂਦੇ ਹਨ ਕਿ ਜਿਹੜਾ ਆਦਮੀ ਮਾਸ ਖਾਣ ਦੀ ਖਾਤਰ ਕਿਸੇ ਜਾਨਵਰ ਦਾ ਗਲ ਵੱਢਦਾ ਹੈ, ਉਸ ਨੂੰ ਦੂਜੇ ਜਨਮ ਵਿੱਚ ਆਪਣਾ ਗਲ ਉਸ ਜਾਨਵਰ ਕੋਲੋਂ ਵਢਵਾਉਣਾ ਪੈਂਦਾ ਹੈ। ਇਹ ਅਰਥ ਜੁਗਤੀਹੀਣ ਹੈ, ਕਿਉਂਕਿ ਮਾਸ ਖਾਣ ਵਾਲੇ ਕਿਸੇ ਆਦਮੀ ਨੂੰ ਮਾਸ ਖਾਣ ਲਈ ਆਪਣਾ ਗਲਾ ਕਟਾਉਣ ਦੀ ਲੋੜ ਨਹੀਂ ਹੁੰਦੀ। ਮਾਸ ਖਾਣ ਦੀ ਖਾਤਰ ਤਾਂ ਜਾਨਵਰ ਦਾ ਹੀ ਗਲਾ ਕੱਟਣਾ ਪੈਂਦਾ ਹੈ। ਕਟਾਵੇ ਕੌਣ ਦਾ ਭੁਲੇਖਾ ਦੂਰ ਕਰਨ ਲਈ ਇਸ ਗੱਲ ਵੱਲ ਆਓ, ਜਿਹੜੇ ਹਿੰਦੂ ਲੋਕ ਵੀ ਉਸ ਵੇਲੇ ਮਾਸ ਖਾਣਾ ਚਾਹੁੰਦੇ ਸਨ, ਤੇ ਜੇ ਉਹਨਾਂ ਨੂੰ ਵੀ ਮਾਸ ਦੀ ਲੋੜ ਪੈ ਜਾਂਦੀ ਸੀ ਤਾਂ ਉਹਨਾਂ ਨੂੰ ਆਪਣੀ ਕੁੱਕੜੀ ਤੇ ਬੱਕਰਾ ਵੀ ਮੁਸਲਮਾਨ ਮੁਲਾਣਿਆਂ ਪਾਸ ਲਿਜਾ ਕੇ ਕਟਵਾਉਣਾ ਪੈਂਦਾ ਸੀ, ਕਿਉਂਕਿ ਉਸ ਵੇਲੇ ਇਸਲਾਮੀ ਸ਼ਰਅ ਦਾ ਕਾਨੂੰਨ ਚੱਲਦਾ ਸੀ। ਜਿਹੜੇ ਹਿੰਦੂਆਂ ਨੂੰ ਆਪਣੀ ਕੁੱਕੜੀ ਜਾਂ ਬੱਕਰਾ ਵੀ ਆਪਣੇ ਘਰ ਵਿੱਚ ਮਾਰਨ ਦੀ ਆਗਿਆ ਨਹੀਂ ਸੀ ਦਿੰਦਾ, ਇਸ ਕਰਕੇ ਉਹਨਾਂ ਨੂੰ ਆਪਣਾ ਜਾਨਵਰ ਵੀ ਮੁਸਲਮਾਨ ਮੁਲਾਣਿਆਂ ਪਾਸ ਲੈ ਜਾਣਾ ਪੈਂਦਾ ਸੀ ਤੇ ਉਹ ਉਸ ਦਾ ਗਲਾ ਕੱਟਦੇ ਸਨ। ਇਸ ਲਈ ਕਬੀਰ ਜੀ ਨੇ ਆਖਿਆ ਕਿ ਇਸ ਪਖੰਡਮਈ ਤਰੀਕੇ ਨਾਲ ਮਾਸ ਦੀ ਰੋਟੀ ਖਾਣ ਵਾਲੇ ਮੁਲਾਣਿਆਂ ਕੋਲ ਜਾ ਕੇ ਜਾਨਵਰਾਂ ਦੇ ਗਲੇ ਕੌਣ ਕਟਾਵੇ। 4 ਸ਼ਲੋਕ ਹੋਰ ਹਨ। ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁਝ ਸਿਉ ਲਰ ਭਰਿਆ, ਤੁਝੈ ਕਿਨ ਫੁਰਮਾਈ ਗਾਏ। ਕਬੀਰ ਜੀ ਆਪ ਮੁਸਲਮਾਨ ਨਹੀਂ ਸਨ, ਇਸ ਲਈ ਉਹ ਮੱਕੇ ਹਜ ਕਰਨ ਲਈ ਕਦੀ ਨਹੀਂ ਗਏ, ਪਰ ਇੱਥੇ ਮਖੌਲੀ ਢੰਗ ਨਾਲ ਹਾਜੀ ਦੀ ਇਸ ਕੁਰਬਾਨੀ ਵਾਲੀ ਮਨੌਤ ਦੀ ਫਕੜੀ ਉਡਾਉਂਦੇ ਹਨ। ਕਬੀਰ ਜੀ ਕਹਿੰਦੇ ਹਨ ਕਿ ਹੇ ਮੁੱਲਾ, ਮੈਂ ਵੀ ਇੱਕ ਵਾਰੀ ਕਾਬੇ ਦਾ ਹਜ ਕਰਨ ਲਈ ਜਾ ਰਿਹਾ ਸੀ। ਮੈਨੂੰ ਖੁਦਾ ਰਾਹ ਵਿੱਚ ਹੀ ਮਿਲ ਪਿਆ ਤੇ ਕਹਿਣ ਲੱਗਾ ਕਿ ਹੇ ਮੂਰਖ, ਤੂੰ ਗਾਏ ਗਊ ਦੀ ਕੁਰਬਾਨੀ ਕਿਨ ਫਰਮਾਈ ਕਹੀ ਹੈ। ਇਹ ਤੇਰਾ ਖੁਦਾ ਦੇ ਮਿਲਣ ਦਾ ਤਰੀਕਾ ਠੀਕ ਨਹੀਂ, ਇਸ ਤਰ੍ਹਾਂ ਗੁਨਾਹ ਨਹੀਂ ਬਖਸ਼ੇ ਜਾਂਦੇ। ਕਬੀਰ ਜੀ ਜੋ ਮਾਰੇ ਜ਼ੋਰ ਕਰ, कहते हैं जो हलाल, दफ्तर दई जब काढ़ है, होएगा कौन हवाल। कबीर जोर किया सो जुल्म है, ले जवाब खुदाए, दफ्तर लेखा निकसै, मार मुहे मुख आए। इन्हां दोहां श्लोकां दा भी ओह भाव है ਜਿਹੜਾ ਸ਼ਲੋਕ ਨੰਬਰ 187 ਤੇ 188 ਵਿੱਚ ਹੈ। ਇਸ ਲਈ ਇਹਨਾਂ ਦੀ ਹੋਰ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ। ਜਿਹੜੇ ਜੀਵਾਂ ਨੂੰ ਧੱਕੇ ਨਾਲ ਮਾਰ ਕੇ ਤੇ ਉਸ ਦਾ ਨਾਮ ਹਲਾਲ ਖੁਦਾ ਦੇ ਖਾਣ ਵਾਲੀ ਚੀਜ਼ ਰੱਖ ਲੈਂਦੇ ਹਨ ਤੇ ਇਹ ਦੂਸ਼ਣ ਉਹਨਾਂ ਉੱਤੇ ਲੱਗਦਾ ਹੈ। ਇਹੋ ਜਿਹੀ ਦਲੀਲ ਬ੍ਰਾਹਮਣਾਂ ਦੇ ਠਾਕਰ ਪੂਜਾ ਵਾਲੇ ਮੁਆਮਲੇ ਉੱਤੇ ਘਟਦੀ ਹੈ। ਭਾਈ ਰਣਧੀਰ ਸਿੰਘ ਜ਼ੋਰ ਕਰ ਮਾਰਨ ਦਾ ਇੱਕ ਹੋਰ ਕਮਲਾ ਜਿਹਾ ਅਰਥ ਕਰਦੇ ਹਨ, ਅਰਥਾਤ ਜਿਹੜਾ ਜ਼ੋਰ ਕਿਸੇ ਜਾਨਵਰ ਨੂੰ ਮਾਰਨ ਵਾਸਤੇ ਹਥਿਆਰ ਵਾਹੁਣ ਤੇ ਲੱਗਦਾ ਹੈ। ਪਰ ਹਥਿਆਰ ਵਾਹੁਣ ਤੇ ਤਾਂ ਅੱਜ ਕੱਲ੍ਹ ਖਾਸ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ। ਬਿਜਲੀ ਦਾ ਬਟਨ ਦਬਾਇਆ ਤੇ ਜਾਨਵਰ ਦਾ ਸਿਰ ਪਾਸੇ ਹੋ ਗਿਆ, ਚਲੋ ਜ਼ੋਰ ਕਰ ਮਾਰਨ ਦੇ ਗੁਨਾਹ ਤੋਂ ਬਰੀ। ਇਹ ਦੂਸ਼ਣ ਤਾਂ ਸਾਡੇ ਸਤਿਗੁਰਾਂ ਤੋਂ ਹੀ ਲੱਗ ਸਕਦਾ ਹੈ, ਜਿਹੜੇ ਪੱਬਾਂ ਭਾਰ ਹੋ ਕੇ ਤਲਵਾਰਾਂ ਤੇ ਬਰਛੇ ਮਾਰਦੇ ਸਨ, ਜਦੋਂ ਕਿ ਉਹ ਭਾਂਤ ਭਾਂਤ ਬਨ ਖੇਲ ਸ਼ਿਕਾਰਾ ਦੇ ਅਸੂਲ ਉੱਤੇ ਚੱਲ ਕੇ ਹਰੀਸ਼ ਰੋਜ਼ ਤੇ ਝੰਗਾਰ ਮਾਰਦੇ ਸਨ। ਪਰ ਫਰਕ ਇਹ ਹੈ ਕਿ ਉਹ ਮੁਸਲਮਾਨਾਂ ਵਾਂਗੂ ਸ਼ਿਕਾਰ ਦੇ ਮਾਸ ਨੂੰ ਹਲਾਲ ਖੁਦਾ ਦਾ ਪ੍ਰੀਤੀ ਭੋਜਨ ਨਹੀਂ ਸਨ ਆਖਦੇ, ਕੇਵਲ ਆਪਣਾ ਤੇ ਆਪਣੇ ਸਿੱਖਾਂ ਦਾ ਹੀ ਢਿੱਡ ਭਰਦੇ ਸਨ। ਜੀ ਬਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕੁਸਾਈ। ਮਾਰੂ ਕਬੀਰ ਜੀ, ਪੰਨਾ 1103। ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਕਬੀਰ ਜੀ ਦੀ ਬਾਣੀ ਵਿੱਚ ਜਿੱਥੇ ਕਿਤੇ ਵੇਖੋ ਹਿੰਦੂਆਂ ਦੀ ਬਲੀ ਤੇ ਮੁਸਲਮਾਨਾਂ ਦੀ ਕੁਰਬਾਨੀ ਦੇ ਸਿਲਸਿਲੇ ਵਿੱਚ ਹੱਤਿਆ ਦੀ ਨਿਖੇਧੀ ਕੀਤੀ ਗਈ ਹੈ। ਜੇ ਉਹ ਮਾਸ ਖਾਣ ਦੇ ਵਿਰੁੱਧ ਕਹਿਣ ਦਾ ਖਿਆਲ ਰੱਖਦੇ ਹੁੰਦੇ ਤਾਂ ਇਸ ਵਿੱਚ ਕੁਰਬਾਨੀ ਤੇ ਬਲੀ ਦਾ ਹਵਾਲਾ ਨਾ ਦਿੰਦੇ ਤੇ ਮਾਸ ਖਾਣਾ ਪਾਪ ਹੈ ਇਹੋ ਕਹਿ ਛੱਡਦੇ। ਹਿੰਦੂ ਲੋਕ ਆਸਮੇਧ, ਅਜਾਮੇਧ, ਗੋਮੇਧ, ਨਰਮੇਧ ਆਦਿਕ ਯੱਗ ਕਰਦੇ ਸਨ ਤੇ ਆਮ ਤੌਰ ਤੇ ਉਹਨਾਂ ਨੂੰ ਵੱਢ ਵੱਢ ਕੇ ਬੇਅਰਥ ਅੱਗ ਵਿੱਚ ਸਾੜ ਕੇ ਪਾਈ ਜਾਂਦੇ ਸਨ। ਇਸ ਨੂੰ ਧਰਮ ਦਾ ਕੰਮ ਸਮਝਦੇ ਸਨ। ਇਸ ਤਰ੍ਹਾਂ ਦੀ ਜੀਵ ਹੱਤਿਆ ਦਾ ਮਨੁੱਖ ਨੂੰ ਕੋਈ ਲਾਭ ਨਹੀਂ ਸੀ। ਇਹ ਤਰੀਕਾ ਮਨੁੱਖਾਂ ਲਈ ਉਲਟਾ ਹਾਨੀਕਾਰਕ ਸੀ।
ਜਿਸ ਕਰਕੇ ਇੱਥੇ ਇਸ ਰਿਵਾਜ ਦੀ ਨਿੰਦਾ ਕੀਤੀ ਗਈ, ਕਿਉਂਕਿ ਪਖੰਡ ਦੇ ਤਰੀਕੇ ਨਾਲ ਕੁੱਕੜੀਆਂ, ਬੱਕਰੇ, ਦੁੰਬੇ, ਝੋਟੇ ਤੇ ਗੈਂਡੇ ਮਾਰ ਕੇ ਖਾ ਜਾਣੇ ਜਾਂ ਹਵਨ ਜਗ ਦੇ ਬਹਾਨੇ ਅੱਗ ਵਿੱਚ ਸੁੱਟ ਕੇ ਬੇਅਰਥ ਸਾੜ ਦੇਣੇ ਅਧਰਮ ਦੇ ਘੇਰੇ ਵਿੱਚ ਆ ਜਾਂਦੇ ਹਨ। ਕਬੀਰ ਭਾਂਗ ਮਾਛੁਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ। ਇਹ ਸ਼ਲੋਕ ਕੁੱਕੜੀ ਭਗਤ ਸਿੱਖਾਂ ਦਾ ਮੂੰਹ ਚੜਿਆ ਪ੍ਰਮਾਣ ਹੈ। ਜਿਸ ਨੂੰ ਹੋਰ ਕੁਝ ਨਹੀਂ ਆਉਂਦਾ ਉਹ ਵੀ ਇਸ ਪ੍ਰਮਾਣ ਨੂੰ ਪੁੱਠਾ ਸਿੱਧਾ ਵਾਹ ਦਿੰਦਾ, ਪਰ ਜੇ ਇਸ ਦੇ ਅਰਥ ਭਗਤ ਜੀ ਦੀ ਡੂੰਘੀ ਰਮਜ ਨੂੰ ਸਮਝ ਕੇ ਕੀਤੇ ਜਾਣ ਤਾਂ ਗੱਲ ਕਿਧਰੇ ਦੀ ਕਿਧਰੇ ਚਲੀ ਜਾਂਦੀ ਹੈ। ਇਸ ਨੂੰ ਸਮਝਣ ਲਈ ਕਬੀਰ ਜੀ ਦਾ ਇਹ ਸ਼ਲੋਕ ਵੀ ਨਾਲ ਜੋੜ ਕੇ ਪੜੋ। ਯਥਾ ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਤੇ, ਜੋ ਕੀਨੈ ਸੋ ਲਾਭ। ਕਬੀਰ ਜੀ ਇੱਥੇ ਆਖਦੇ ਹਨ ਕਿ ਸਾਧੂ ਦੀ ਸੰਗਤ ਕਰਨ ਦਾ ਇਹ ਭਾਵ ਨਹੀਂ ਕਿ ਜਿਤਨਾ ਚਿਰ ਸੰਗਤ ਵਿੱਚ ਬੈਠੇ ਰਹੋ ਉਤਨਾ ਚਿਰ ਰਾਮ ਰਾਮ ਕਹੀ ਜਾਓ, ਉਥੋਂ ਆ ਕੇ ਵਿਕਾਰਾਂ ਵਿੱਚ ਵੀ ਹਿੱਸਾ ਲਈ ਜਾਓ। ਇਹ ਤੀਰਥ ਯਾਤਰਾ ਵਰਤ ਨੇਮ ਸਭ ਨਿਸਫਲ ਜਾਂਦੇ ਹਨ ਜੇ ਮਨੁੱਖ ਵਿਕਾਰੀ ਜੀਵਨ ਵੱਲੋਂ ਨਹੀਂ ਪਰਤਦਾ। ਇਸ ਸ਼ਲੋਕ ਵਿੱਚ ਵਿਕਾਰੀ ਜੀਵਨ ਵਾਲਿਆਂ ਦਾ ਭੰਗ, ਮੱਛੀ ਆਦਿ ਖਾਣ ਦਾ ਨਿਖੇਧ ਹੈ, ਜਿਹੜੇ ਕਿ ਸਿਰਫ ਵਿਸ਼ੇ ਵਿਕਾਰਾਂ ਦਾ ਪ੍ਰਯੋਜਨ ਸਾਹਮਣੇ ਰੱਖ ਕੇ ਭੰਗ ਆਦਿਕ ਨਸ਼ੇ ਤੇ ਮੱਛੀ ਆਦਿਕ ਮਾਸ ਤੇ ਹੋਰ ਪਦਾਰਥ ਵੀ ਖਾਂਦੇ ਹਨ। ਵਿਕਾਰੀ ਜੀਵਨ ਵਾਲਾ ਇੱਥੇ ਕਿਸ ਨੂੰ ਆਖਿਆ ਹੈ? ਉਹ ਹੈ ਸ਼ਰਾਬੀ ਆਦਮੀ। ਅਰਥ ਇਸ ਤਰ੍ਹਾਂ ਨਹੀਂ ਹੈ ਕਿ ਜਿਹੜੇ ਲੋਕ ਸ਼ਰਾਬ ਪੀਂਦੇ ਹਨ ਤੇ ਭੰਗ ਮੱਛੀ ਖਾਂਦੇ ਹਨ। ਇਸ ਤੁਕ ਦਾ ਅਨਵੇਂ ਇਸ ਤਰ੍ਹਾਂ ਹੈ, ਜੋ ਜੋ ਸੁਰਾਪਾਨ ਪ੍ਰਾਣੀ ਭਾਂਗ ਮਾਛਲੀ ਖਾਹੇ, ਸਭੇ ਤੀਰਥ ਬਰਤ ਨੇਮ ਕੀਏ ਤੇ ਰਸਾਤਲ ਜਾਹੇ। ਨੋਟ ਦੇਖੋ ਟੀਕਾ ਸ਼ਲੋਕ ਭਗਤ ਕਬੀਰ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ। ਭਾਵ ਕਿ ਜਿਹੜੇ ਜਿਹੜੇ ਸ਼ਰਾਬ ਪੀਣ ਵਾਲੇ ਵਿਕਾਰੀ ਜੀਵਨ ਵਾਲੇ ਲੋਕ ਆਪਣੇ ਇਸ ਵਿਕਾਰੀ ਜੀਵਨ ਵਿੱਚ ਵਾਧਾ ਕਰਨ ਲਈ ਭੰਗ ਮੱਛੀ ਖਾਂਦੇ ਹਨ, ਉਹਨਾਂ ਦੇ ਉਹ ਸਾਰੇ ਤੀਰਥ ਵਰਤ ਤੇ ਨੇਮ ਗਰਕ ਹੋ ਜਾਂਦੇ ਹਨ, ਨਿਸਫਲ ਜਾਂਦੇ ਹਨ। ਪਹਿਲੇ ਇਸ ਸ਼ਲੋਕ ਵਿੱਚ ਆਏ ਅੱਡ ਅੱਡ ਪਦਾਂ ਦਾ ਨਿਰਣਾ ਕਰਨਾ ਜ਼ਰੂਰੀ ਹੈ। ਯਥਾ ਪਾਨ, ਇਸ ਦਾ ਅਰਥ ਹੈ ਪੀਣ ਵਾਲੇ, ਪੀਂਦੇ ਹਨ ਨਹੀਂ। ਇਹ ਇੱਕ ਵਿਆਕਰਣਕ ਕੁੰਡੀ ਸਮਝਣ ਗੋਚਰੀ ਹੈ। ਜਿਸ ਤਰ੍ਹਾਂ ਧੱਦਾ ਨੰਨਾ ਧਨ ਤੋਂ ਧੱਦਾ ਨੰਨੇ ਸਿਆਰੀ, ਧਨ ਵਾਲਾ ਗੁਣ ਗੱਗੇ ਔਂਕੜ ਨਾਲਾ ਗੁਣ ਤੋਂ ਗੱਗੇ ਔਂਕੜ ਨਾਣੇ ਸਿਆਰੀ ਗੁਣ ਵਾਲਾ, ਇਸੇ ਤਰ੍ਹਾਂ ਪੱਪੇ ਕੰਨਾ ਨੰਨੇ ਸਿਆਰੀ ਪੀਣ ਵਾਲਾ। ਕਈ ਗਿਆਨੀ ਇੱਥੇ ਪੱਪੇ ਕੰਨਾ ਨੰਨੇ ਸਿਆਰੀ ਪਾਨ ਪਦ ਦਾ ਅਰਥ ਪਾਨ ਦਾ ਪੱਤਾ ਕਰਦੇ ਹਨ, ਪਰ ਇਹ ਵੀ ਗਲਤ ਹੈ। ਗੁਰਬਾਣੀ ਵਿੱਚ ਜਿੱਥੇ ਵੀ ਪਾਨ ਦਾ ਅਰਥ ਪੱਤਾ ਹੈ ਉੱਥੇ ਹਰ ਥਾਂ ਪੱਪੇ ਕੰਨਾ ਤੇ ਦਾ ਨੰਨਾ ਮੁਕਤਾ ਹੈ। ਦੇਖੋ ਉਦਾਹਰਨ, ਪੱਪੇ ਕੰਨਾ ਨੰਨਾ, ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਪੰਨਾ 726। ਨੰਬਰ 2, ਕਬੀਰ ਊਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ, ਪੰਨਾ 1366। ਭਾਂਗ, ਭਾਂਗ ਦਾ ਅਰਥ ਭਾਈ ਰਣਧੀਰ ਸਿੰਘ ਮਾਸ ਕਰਦੇ ਹਨ ਤੇ ਭਾਈ ਗੁਰਦਾਸ ਵਾਲੇ ਭੰਗਾ ਸ਼ਬਦ ਦਾ ਅਰਥ ਮਾਸ ਬਣਾ ਕੇ ਇੱਥੇ ਭੰਗਾ ਸ਼ਬਦ ਨੂੰ ਤਸ਼ ਮੁਸ਼ ਕੇ ਭਾਂਗ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਪਹਿਲੇ ਭਾਂਗ ਸ਼ਬਦ ਨੂੰ ਤੱਕੋ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤੋਂ ਸਿਵਾਏ ਇੱਕ ਹੋਰ ਤੁਕ ਵਿੱਚ ਭਾਂਗ ਸ਼ਬਦ ਆਇਆ ਹੈ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਇਸ ਲਈ ਭਾਂਗ ਦਾ ਅਰਥ ਭੰਗ ਬੂਟੀ ਹੈ। ਭਾਈ ਗੁਰਦਾਸ ਜੀ ਦੀ ਵਾਰ ਵਿੱਚ ਜੀਆਂ ਘਾਏ ਨਾ ਖਾਈਏ ਭੰਗਾ ਦਾ ਅਰਥ ਵੀ ਮਾਸ ਹੀ ਕਰਦੇ ਹਨ। ਇਹ ਗਲਤੀ ਦੀ ਪੜ ਗਲਤੀ ਹੈ। ਭੰਗਾ ਸ਼ਬਦ ਸੰਸਕ੍ਰਿਤ ਬੋਲੀ ਦਾ ਹੈ। ਵੇਖੋ ਹਿੰਦੀ ਵਿਸ਼ਵਕੋਸ਼। ਹੋਰ ਭਾਵ ਪ੍ਰਕਾਸ਼ ਸੰਸਕ੍ਰਿਤ ਵਿੱਚ ਲਿਖਿਆ ਹੈ ਕਿ ਵੈਦਿਕ ਵਿਦਿਆ ਦਾ ਗ੍ਰੰਥ ਹੈ। ਉੱਥੇ ਭੰਗ ਦੇ 6 ਨਾਮ ਲਿਖੇ ਹੋਏ ਹਨ ਤੇ ਪਹਿਲਾ ਨਾਮ ਹੈ ਭੰਗਾ। ਜਥਾ ਭੰਗਾ, ਗੰਜਾ, ਮਤਲਾਨੀ, ਮਾਦਨੀ, ਵਿਜਿਆ, ਜਾਇਆ, ਜੇ ਭੰਗ ਕੇ ਸੰਸਕ੍ਰਿਤ ਨਾਮ ਹੈ। ਦੁਨੀਆ ਦੇ ਹੋਰ ਕਿਸੇ ਵੀ ਗ੍ਰੰਥ ਵਿੱਚ ਭੰਗਾ ਜਾਂ ਭਾਂਗ ਦਾ ਅਰਥ ਮਾਸ ਲਿਖਿਆ ਹੋਇਆ ਨਹੀਂ ਮਿਲਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੇ ਨਾ ਦਸਮ ਗ੍ਰੰਥ ਵਿੱਚੋਂ ਇਸ ਦੀ ਕੋਈ ਜੜ ਮੱਖ ਮਿਲਦੀ ਹੈ ਤੇ ਨਾ ਕਿਤੇ ਸਿੱਖ ਇਤਿਹਾਸ ਵਿੱਚ। ਸੰਸਕ੍ਰਿਤ ਗ੍ਰੰਥਾਂ ਵਿੱਚ ਮਾਸ ਦੇ ਨਾਮ ਵੀ ਇੱਥੇ ਲਿਖੇ ਹੋਏ ਹਨ। ਜਥਾ ਮਾਸ, ਪਿਸ਼ਾਤ,
ਕਰਵੈ ਮਾਖਲ ਪਪਲ ਪਲ, ਮਦਦ ਨਿਘੰਟੂ ਭਾਸ਼ਾ ਅਤੇ ਭਾਵ ਪ੍ਰਕਾਸ਼ ਮਾਸ ਵਰਗ ਹਵਲ। ਜਿੱਥੇ ਸੰਸਕ੍ਰਿਤ ਗ੍ਰੰਥਾਂ ਵਿੱਚ ਮਾਸ ਦੇ ਸਾਰੇ ਨਾਮ ਲਿਖੇ ਹੋਏ ਹਨ, ਉੱਥੇ ਕਿਧਰੇ ਵੀ ਭੰਗਾ ਜਾਂ ਭਾਂਗ ਦਾ ਨਾਮ ਦਰਜ ਨਹੀਂ। ਨਾ ਹੀ ਕਿਸੇ ਕੋਸ਼ ਵਿੱਚ ਇਹਨਾਂ ਦਾ ਅਰਥ ਮਾਸ ਕੀਤਾ ਗਿਆ। ਭਾਈ ਸਾਹਿਬ ਨੇ ਜੋ ਕੋਸ਼ ਕੁੰਜੀ ਘਰ ਦੇ ਲੋਹੇ ਦੀ ਬਣਾਈ ਹੋਈ ਹੈ, ਉਹ ਕਿਸੇ ਵੀ ਕੋਸ਼ ਰੂਪੀ ਜਿੰਦਰੇ ਨੂੰ ਨਹੀਂ ਖੋਲਦੀ। ਭਾਈ ਰਣਧੀਰ ਸਿੰਘ ਕਹਿੰਦੇ ਹਨ ਕਿ ਕੋਸ਼ ਕੁੰਜੀ ਅਨੁਸਾਰ ਇਸ ਭੰਗਾ ਸ਼ਬਦ ਦਾ ਅਰਥ ਮਾਸ ਹੀ ਫੱਬਦਾ ਹੈ ਤੇ ਗੱਲ ਕਰਦੇ ਹਨ ਕਿਰਿਆ ਦੀ। ਪਰ ਇਹ ਨਹੀਂ ਦੇਖ ਰਹੇ ਕਿ ਇਸ ਸ਼ਬਦ ਵਿੱਚ ਭਾਈ ਗੁਰਦਾਸ ਜੀ ਨੇ ਕਵਿਤਾ ਨੂੰ ਮੁੱਖ ਰੱਖ ਕੇ ਰੰਗ ਦਾ ਰੰਗਾ, ਟੰਗ ਦਾ ਟੰਗਾ, ਕੁਟੰਗ ਦਾ ਕੁਟੰਗਾ ਰੂਪ ਬਣਾ ਲਿਆ ਹੈ। ਇਸੇ ਤਰ੍ਹਾਂ ਬਾਣੀ ਵਿੱਚ ਜੰਗ ਦਾ ਜੰਗਾ ਬਣ ਗਿਆ ਹੈ ਤੇ ਇਸੇ ਤਰ੍ਹਾਂ ਭੰਗ ਤੋਂ ਭੰਗਾ ਸਮਝਣਾ ਚਾਹੀਦਾ। ਜੀਆਂ ਘਾਏ ਨਾ ਖਾਈਏ ਭੰਗਾ ਦਾ ਅਰਥ ਜੀਆਂ ਘਾਏ ਭੰਗ ਨਾ ਖਾ ਬਈਏ ਬਣਦਾ ਹੈ। ਭਾਵ ਕਿ ਭੰਗੀਆਂ ਅਮਲੀਆਂ ਵਾਲੀ ਹਾਲਤ ਨਾ ਪੈਦਾ ਕਰੀਏ। ਇਸ ਵਿੱਚ ਕਿਰਿਆ ਦਾ ਕੁਝ ਵੀ ਨਹੀਂ ਵਿਗੜਦਾ। ਭਾਈ ਗੁਰਦਾਸ ਜੀ ਨੇ ਇੱਕ ਥਾਂ ਬਾਬਾ ਅਚਲ ਵਟਾਲੇ ਆਈ ਲਿਖਿਆ ਹੈ। ਕਿਰਿਆ ਆਈ ਇਸਤਰੀ ਲਿੰਗ ਤੇ ਇਸ ਦਾ ਕਰਤਾ ਬਾਬਾ ਪੁਲਿੰਗ। ਕਿ ਅਸੀਂ ਇੱਥੇ ਇਹੋ ਸਮਝਾਂਗੇ ਕਿ ਬਾਬਾ ਕੋਈ ਜਨਾਨੀ ਸੀ ਕਿ ਜਾਂ ਆਈ ਕਿਰਿਆ ਦਾ ਅਰਥ ਆਇਆ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੰਗਾ ਪਦ ਦੇ ਅਰਥ ਗਲਤੀ ਕਰਨੀ ਵੀ ਹੋ ਸਕਦੇ ਹਨ। ਜਥਾ ਨਾਨਕ ਗੁਰ ਖੋਏ ਭ੍ਰਮ ਭੰਗਾ, ਭਰਮ ਅਤੇ ਭੰਗਾ ਭੁੱਲਾਂ ਗਲਤੀਆਂ। ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ। ਜੇਕਰ ਕਿਰਿਆ ਦਾ ਜਿੰਦਰਾ ਖੋਲਣ ਵਿੱਚ ਔਖਿਆਈ ਪ੍ਰਤੀਤ ਹੋਵੇ ਤਾਂ ਇਹ ਭ੍ਰਮ ਭੰਗਾ ਵਾਲੀ ਗੁਰੂ ਦੀ ਕੁੰਜੀ ਲਾ ਲਵੋ ਤੇ ਅਰਥ ਕਰੋ ਨਾ ਖਾਈਏ ਭੰਗਾ, ਭੁਲੇਖਾ ਨਾ ਖਾਈਏ, ਗਲਤੀ ਨਾ ਖਾਈਏ। ਜੇ ਇੱਥੇ ਭਾਂਗ ਦਾ ਅਰਥ ਮਾਸ ਹੁੰਦਾ ਤਾਂ ਭਾਂਗ ਦੇ ਗੱਗੇ ਨੂੰ ਔਂਕੜ ਹੋਣਾ ਚਾਹੀਦਾ ਸੀ, ਕਿਉਂਕਿ ਗੁਰਬਾਣੀ ਵਿਆਕਰਨ ਅਨੁਸਾਰ ਪੁਲਿੰਗ ਇੱਕ ਵਚਨ ਸ਼ਬਦਾਂ ਦੇ ਅੰਤ ਵਿੱਚ ਔਂਕੜ ਚਾਹੀਦਾ ਹੈ। ਮਲਾਰ ਦੀ ਵਾਰ ਵਾਲੇ ਸ਼ਲੋਕਾਂ ਵਿੱਚ ਮਾਸ ਸ਼ਬਦ 17 ਵਾਰੀ ਆਇਆ ਹੈ ਤੇ ਉਸਥੇ ਹਰ ਥਾਂ ਮਾਸ ਦੇ ਮੰਮੇ ਨੂੰ ਔਂਕੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਦ ਲਿਖਿਆ ਹੋਇਆ ਹੈ, ਦੇਖੋ ਤਿਲੰਗ ਮਹੱਲਾ ਪਹਿਲਾ, ਉੱਥੇ ਭਾਂਗ ਦੇ ਗੱਗੇ ਨੂੰ ਔਂਕੜ ਨਹੀਂ, ਕਿਉਂਕਿ ਇਹ ਇਸਤਰੀ ਲਿੰਗ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਥਾਈਂ ਮਾਸ ਸ਼ਬਦ ਔਂਕੜ ਨਾਲ ਆਇਆ ਹੈ, ਜੈਸਾ ਕਿ ਨੰਬਰ 1 ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਨੰਬਰ 2 ਜਿਤ ਪਿੰਜਰੇ ਮੇਰਾ ਸ਼ਾਹ ਵਸੇ ਮਾਸ ਨ ਤਿੱਦੂ ਖਾਏ। ਸ਼ਲੋਕ ਫਰੀਦ ਜੀ। ਇਸ ਸ਼ਲੋਕ ਵਿੱਚ ਭਾਂਗ ਪਦ ਦਾ ਅਰਥ ਮਾਸ ਕਤਈ ਤੌਰ ਤੇ ਨਹੀਂ ਹੋ ਸਕਦਾ। ਜੇ ਇੱਥੇ ਮੱਛੀ ਦੇ ਨਾਲ ਮਾਸ ਸ਼ਬਦ ਦੀ ਵਰਤੋਂ ਕਰਨ ਦੀ ਲੋੜ ਸੀ ਤਾਂ ਇੱਥੇ ਸਿੱਧਾ ਮਾਸ ਮਾਛੁਲੀ ਸੁਰਾਪਾਨ ਜੋ ਪ੍ਰਾਣੀ ਖਾਹੇ ਲਿਖਣ ਵਿੱਚ ਭਗਤ ਜੀ ਨੂੰ ਕੀ ਔਕੜ ਸੀ ਤੇ ਕਿਹੜਾ ਪਿੰਗਲ ਦਾ ਨਿਯਮ ਟੁੱਟਦਾ ਸੀ। ਭਾਈ ਰਣਧੀਰ ਸਿੰਘ ਜੀ ਲਿਖਦੇ ਹਨ ਕਿ ਇੱਕੇ ਪਦ ਦੀ ਸ਼ਕਲ ਨੂੰ ਤੋੜ ਭੰਨ ਕੇ ਖਾਸ ਅਰਥਾਂ ਲਈ ਦੂਜੇ ਪਦ ਨਾਲ ਰਲਾ ਮਿਲਾ ਦੇਣਾ ਅਮੋੜ ਪੁਰਸ਼ਾਂ ਦੀ ਹੂੜ ਮਾਰੀ ਹੈ। ਮੈਂ ਕਹਿੰਦਾ ਹਾਂ ਕਿ ਇਹ ਲੱਖਣ ਭਾਈ ਰਣਧੀਰ ਸਿੰਘ ਉੱਤੇ ਖੂਬ ਘਟਦੇ ਹਨ, ਕਿਉਂਕਿ ਆਪ ਨੇ ਭੰਗਾ ਅਰ ਭਾਂਗ ਦਾ ਮਾਸ ਅਰਥ ਬਣਾ ਕੇ ਇਸ ਚੀਜ਼ ਦਾ ਅਸਲੀ ਸਬੂਤ ਦੇ ਦਿੱਤਾ ਹੈ। ਹੋਰ ਜਿੱਥੇ ਮਲਾਰ ਦੀ ਵਾਰ ਦਾ ਫੱਫਾ ਡਾੜਾ ਔਂਕੜ ਫੜ ਸ਼ਬਦ ਪਖੰਡ ਦੇ ਅਰਥ ਰੱਖਦਾ ਹੈ, ਉੱਥੇ ਫੜ ਕੇ ਪਕੜ ਕੇ ਬਣਾ ਲਿਆ ਹੈ ਤੇ ਮਾਨਸ ਪਦ ਦਾ ਮਾਸ। ਭਾਈ ਰਣਧੀਰ ਸਿੰਘ ਨੇ ਇਸ ਬਹਿਸ ਵਿੱਚ ਕੋਈ ਪ੍ਰਮਾਣ ਨਹੀਂ ਵਰਤਿਆ, ਨਿਰੀ ਉਕਤੀਆਂ ਜੁਗਤੀਆਂ ਦੀ ਕਪੋਲ ਕਲਪਨਾ ਹੀ ਕੀਤੀ ਹੈ। ਪਰ ਮੈਂ ਇਸ ਦੇ ਨਾਲ ਪ੍ਰਮਾਣ ਵੀ ਪੇਸ਼ ਕਰਦਾ ਹਾਂ। ਸਿਆਣੇ ਕਹਿੰਦੇ ਹਨ ਕਿ ਜੁਗਤੀ ਇਸਤਰੀ ਹੈ ਤੇ ਪ੍ਰਮਾਣ ਮਰਦ। ਇਸ ਤਰ੍ਹਾਂ ਇਸਤਰੀ ਰਣ ਭੂਮੀ ਵਿੱਚ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸੇ ਤਰ੍ਹਾਂ ਚਰਚਾ ਦੇ ਮੈਦਾਨ ਵਿੱਚ ਉਕਤੀ ਜੁਗਤੀ ਪ੍ਰਮਾਣ ਦੇ ਹਥਿਆਰ ਅੱਗੇ ਠਹਿਰ ਨਹੀਂ ਸਕਦੀ। ਹੁਣ ਛੱਡੋ ਇਸ ਝਗੜੇ ਨੂੰ ਤੇ ਆਓ ਅਸਲੀ ਗੱਲ ਵੱਲ। ਅਸੀਂ ਇਸ ਸ਼ਲੋਕ ਦੇ ਅੱਖਰੀ ਅਰਥ ਆਰੰਭ ਵਿੱਚ ਕਰ ਆਏ ਹਾਂ। ਇਸ ਤੋਂ ਪਹਿਲੇ ਸ਼ਲੋਕ ਦਾ ਭਾਵ ਨਾਲ ਲੈ ਕੇ ਇਸ ਤੋਂ ਇੱਕ ਸਿਧਾਂਤ ਪ੍ਰਗਟ ਹੁੰਦਾ ਹੈ ਕਿ ਵਿਕਾਰੀ ਜੀਵਨ ਵਾਲੇ ਜਿਹੜੇ ਲੋਕ ਆਪਣੇ ਵਿਕਾਰੀ ਜੀਵਨ ਨੂੰ ਹੋਰ ਚਮਕਾਉਣ ਦੀ ਖਾਤਰ ਭੰਗ ਤੇ ਮੱਛੀ ਆਦਿਕ ਚੀਜ਼ਾਂ ਦੀ ਵਰਤੋਂ ਕਰਦੇ ਹਨ, ਉਹਨਾਂ ਦੇ ਕੀਤੇ ਹੋਏ ਸਾਰੇ ਕੰਮ ਨਿਸਫਲ ਜਾਂਦੇ ਹਨ। ਪਰ ਜੇ ਇੱਥੇ ਥੋੜੇ ਬਾਲੇ ਅੱਖਰਾਂ ਦਾ ਵਾਧਾ ਘਾਟਾ ਨਾ ਕੀਤਾ ਜਾਵੇ ਤਾਂ ਇਸ ਵਿੱਚ ਕਈ ਔਕੜਾਂ ਪੇਸ਼ ਆਉਂਦੀਆਂ ਹਨ। ਇਸ ਤਰ੍ਹਾਂ ਇੱਥੇ ਸਿਰਫ ਸ਼ਰਾਬੀ ਲੋਕ ਵਿਕਾਰੀ ਜੀਵਨ ਵਾਲਿਆਂ ਲਈ ਭੰਗ ਤੇ ਮੱਛੀ ਦੀ ਮਨਾਹੀ ਲਿਖੀ ਹੈ,
ਕਿਉਂਕਿ ਉਹਨਾਂ ਦੀ ਇਹ ਅਯੋਗ ਵਰਤੋਂ ਹੈ। ਜੇਕਰ ਅਰਥ ਨੂੰ ਇਹਨਾਂ ਅੱਖਰਾਂ ਵਿੱਚ ਹੀ ਬੱਧਾ ਜਾਵੇ ਤਾਂ ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕੇਵਲ ਭੰਗ ਅਤੇ ਮੱਛੀ ਦੇ ਮਾਸ ਦੀ ਹੀ ਮਨਾਹੀ ਕੀਤੀ ਗਈ ਹੈ। ਬਾਕੀ ਅੱਕ, ਧਤੂਰਾ, ਅਫੀਮ, ਪੋਸਤ, ਚੰਡੂ, ਗਾਂਜਾ, ਚਰਸ ਤੇ ਕੋਕੀਨ ਆਦਿਕ ਨਸ਼ਿਆਂ ਦੀ ਕੋਈ ਮਨਾਹੀ ਨਹੀਂ ਤੇ ਮੱਛੀ ਤੋਂ ਬਿਨਾਂ ਡੱਡੂ, ਕੱਛੂ ਕੁੰਮੇ, ਪਰੇਤਾਂ, ਅਸਰਾਲ ਤੇ ਮਗਰਮੱਛਾਂ ਦੇ ਖਾਣ ਦੀ ਖੁੱਲੀ ਆਗਿਆ ਹੈ। ਤੇ ਇਸੇ ਤਰ੍ਹਾਂ ਖੂਬਖਾਨਾ ਖਿਚੜੀ ਵਾਲੀ ਤੁਕ ਵਿੱਚ ਸਿਰਫ ਖਿਚੜੀ ਖਾਣ ਦਾ ਹੀ ਹੁਕਮ ਹੈ ਤੇ ਬਾਕੀ ਸਭ ਕੁਝ ਬੰਦ। ਅਸਲੀ ਗੱਲ ਇਹ ਹੈ ਕਿ ਹਰ ਇੱਕ ਚੀਜ਼ ਦੀ ਯੋਗ ਅਯੋਗ ਵਰਤੋਂ ਹੀ ਉਸ ਦੇ ਚੰਗੇ ਮੰਦੇ ਅਰ ਪਾਪ ਪੁੰਨ ਦਾ ਫਤਵਾ ਦਿੰਦੀ ਹੈ, ਜੈਸਾ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਵਾਲੀ ਤੁਕ ਤੋਂ ਪ੍ਰਗਟ ਹੁੰਦਾ। ਅਗਰ ਕੋਈ ਆਦਮੀ ਦੁੱਧ, ਘਿਓ, ਮਾਸ ਤੇ ਹੋਰ ਅਨੇਕ ਪ੍ਰਕਾਰ ਦੇ ਪਦਾਰਥਾਂ ਨੂੰ ਵਿਸ਼ੇ ਵਿਕਾਰ ਦੀ ਬ੍ਰਿਧੀ ਲਈ ਪ੍ਰਯੋਗ ਕਰਦਾ ਹੈ ਤਾਂ ਉਸ ਦੇ ਲਈ ਇਹ ਸਾਰੇ ਪਦਾਰਥ ਅਪਵਿੱਤਰ, ਭ੍ਰਿਸ਼ਟ ਅਰ ਭਿਖੂ ਸਮਾਨ, ਜੈਸਾ ਕਿ ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਵੱਧ ਫੈਲੀ, ਜਾਣ ਵਿਸੂ ਕੀ ਵਾੜੀ ਜੀਓ। ਵਿਕਾਰੀ ਜੀਵਨ ਦਾ ਮੁੱਢ ਸ਼ਰਾਬ ਤੋਂ ਵੱਜਦਾ ਹੈ। ਇਸ ਲਈ ਸੁਰਾਪਾਨ ਸ਼ਰਾਬ ਪੀਣ ਵਾਲੇ ਲੋਕ ਆਪਣੇ ਇਸ ਵਿਕਾਰੀ ਜੀਵਨ ਵਿੱਚ ਵਾਧਾ ਕਰਨ ਲਈ ਭੰਗ ਆਦਿਕ ਨਸ਼ੇ ਤੇ ਮੱਛੀ ਆਦਿਕ ਮਾਸਾਂ ਦੀ ਵਰਤੋਂ ਵੀ ਕਰਦੇ ਹਨ ਤੇ ਇਸ ਵਿੱਚ ਹੋਰ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਦੁੱਧ ਅਤੇ ਘਿਓ ਵੀ ਕਰਦੇ ਹਨ। ਮਾਂ ਦੀ ਦਾਲ ਅਤੇ ਹੋਰ ਕਈ ਚੀਜ਼ਾਂ ਵੀ ਇਸੇ ਯੋਜਨਾ ਵਿੱਚ ਆ ਜਾਂਦੀਆਂ ਹਨ। ਇਹਨਾਂ ਨਾਲ ਸ਼ਰਾਬ ਦਾ ਸੰਬੰਧ ਤੋੜ ਲਿਆ ਜਾਵੇ ਤਾਂ ਕਾਫੀ ਫਰਕ ਪੈ ਜਾਂਦਾ ਹੈ। ਦੁੱਧ, ਘਿਓ, ਮਾਸ, ਸਬਜ਼ੀਆਂ, ਸਾਗ ਦਾ ਮੁੱਖ ਪ੍ਰਯੋਜਨ ਵਿਸ਼ੇ ਵਿਕਾਰ ਪੈਦਾ ਕਰਨਾ ਨਹੀਂ, ਇਹ ਦੇਹ ਦਾ ਆਧਾਰ ਹੈ। ਜਿਹੜੀ ਵਸਤੂ ਦੇਹੀ ਨੂੰ ਪਾਲਦੀ ਹੈ ਉਸ ਵਿੱਚ ਬੀਜ ਦਾ ਪੈਦਾ ਹੋਣਾ ਹਰ ਹਾਲਤ ਵਿੱਚ ਜ਼ਰੂਰੀ ਹੈ। ਜਿਸ ਆਹਾਰ ਵਿੱਚੋਂ ਇਹ ਤੱਤ ਪੈਦਾ ਨਹੀਂ ਹੁੰਦਾ ਉਹ ਆਹਾਰ ਨਹੀਂ ਹੋ ਸਕਦਾ। ਜੇ ਇਹ ਤੱਤ ਆਹਾਰ ਵਿੱਚ ਨਾ ਹੋਵੇ ਤਾਂ ਜੀਵਾਂ ਦੀ ਉਤਪਤੀ ਨਹੀਂ ਹੋ ਸਕਦੀ। ਇਸ ਲਈ ਬੀਜ ਪੈਦਾ ਕਰਨ ਤੇ ਕਾਮ ਚੇਸ਼ਟਾ ਪੈਦਾ ਕਰਨ ਵਿੱਚ ਵੀ ਫਰਕ ਹੈ। ਕਾਮ ਚੇਸ਼ਟਾ ਪੈਦਾ ਕਰਨ ਦਾ ਦੋਸ਼ ਉਸ ਵਸਤੂ ਤੇ ਲੱਗਦਾ ਹੈ ਜਿਹੜੀ ਜੰਮੇ ਹੋਏ ਬੀਜ ਨੂੰ ਜੋਸ਼ ਦੇ ਕੇ ਗਰਮ ਕਰ ਦੇਵੇ ਤੇ ਪਤੀਲੇ ਵਿੱਚ ਪਾ ਕੇ ਅੱਗ ਉੱਤੇ ਧਰੇ ਦੁੱਧ ਵਾਂਗ ਉਬਾਲਾ ਦੇਵੇ ਜਾਂ ਘਿਓ ਜਾਂ ਮੋਮ ਵਾਂਗੂ ਭੰਗਾਰ ਦੇਵੇ। ਇਹ ਕੰਮ ਖਾਸ ਤੌਰ ਤੇ ਸ਼ਰਾਬ ਦਾ ਹੈ। ਇਸੇ ਵਾਸਤੇ ਲਿਖਿਆ ਹੈ, ਸੁਰਾ ਪਾਨ ਤੇ ਹਾਨ ਮਤ ਕਰ ਹੈ ਕਾਮ ਬੇਹੋਸ਼, ਨਾਰੀ ਮਹਿਤਾਰੀ ਉਬੇ ਭੋਗੇ ਗਨੇ ਨ ਦੋਸ਼, ਬਕਤ ਮੁਖ ਤੇ ਬਮਨ ਹੋਵਤ ਅੰਕ ਕਛ ਬਿਨ ਚੇਤ, ਮਾਤ ਭਗਨੀ ਭਾਰਜਾ ਕੋ ਏਕ ਸਮ ਕਰ ਲੇਤ, ਪ੍ਰਗਟ ਗੋਜ ਜੋ ਕਹਿਤ ਬਦਨੇ ਭਾਖ ਅਭਾਖ ਸਭ ਖਾਏ, ਨਿਚਤ ਗੀਤ ਅਨੇਕ ਰੰਗੀ ਲੱਗੀ ਜਾਣ ਬਲਾਏ। ਮੇਘ ਬਿਨੋਦ। ਇਸੇ ਵਾਸਤੇ ਬਾਣੀ ਵਿੱਚ ਸ਼ਰਾਬੀਆਂ ਨੂੰ ਬਿਖਲੀ ਪਤ ਕਮਲੀ ਦੀ ਪਦਵੀ ਦਿੱਤੀ ਗਈ ਹੈ। ਸ਼ਰਾਬ ਦੇ ਸੇਕ ਨਾਲ ਪਤਲਾ ਹੋਇਆ ਬੀਰਜ ਛੇਤੀ ਖਾਰਜ ਹੋਣ ਦੀ ਵਜ੍ਹਾ ਕਰਕੇ ਸ਼ਰਾਬੀ ਦਾ ਅਯਾਸ਼ੀ ਦਾ ਪ੍ਰੋਗਰਾਮ ਛੇਤੀ ਸਮਾਪਤ ਹੋ ਜਾਂਦਾ ਹੈ। ਉਹ ਇਸ ਨੂੰ ਲੰਬਾ ਕਰਨ ਲਈ ਭੰਗ, ਅਫੀਮ, ਪੋਸਤ ਅਤੇ ਕੋਕੀਨ ਆਦਿਕ ਸਤੰਭਕ ਨਸ਼ੇ ਵਰਤਦਾ ਹੈ। ਇਸ ਤਰੀਕੇ ਨਾਲ ਖਾਲੀ ਹੋਏ ਖਜ਼ਾਨੇ ਨੂੰ ਫਿਰ ਭਰਨ ਲਈ ਮੱਛੀ ਆਦਿਕ ਮਾਸ ਅਤੇ ਹੋਰ ਵੀ ਸ਼ੁਕਰਲ ਵੀਰਜ ਵਰਧਕ ਪਦਾਰਥ ਦੁੱਧ ਤੇ ਘਿਓ ਦੀ ਵਰਤੋਂ ਵੀ ਕਰਦਾ ਹੈ ਤੇ ਖਾਏ ਖਾਏ ਕਰੇ ਬਦ ਫੈਲੀ ਦੇ ਜੁਰਮ ਦਾ ਭਾਗੀ ਬਣਦਾ। ਭਗਤ ਬਾਣੀ ਦੀ ਇਸ ਸਿਧਾਂਤਕ ਵਿਚਾਰ ਨੂੰ ਛੱਡ ਕੇ ਤੇ ਅਗਲੀ ਪਿਛਲੀ ਗੱਲ ਨੂੰ ਲੜੀਵਾਰ ਸਮਝਣ ਤੋਂ ਬਿਨਾਂ ਗਿਣੇ ਮਿੱਤੇ ਅੱਖਰਾਂ ਵਿੱਚ ਬੱਝ ਕੇ ਅਰਥ ਕਰਨ ਲੱਗ ਜਾਏਗੀ ਤਾਂ ਲੱਖਾਂ ਕੋਹਾਂ ਦਾ ਫਰਕ ਪੈ ਜਾਂਦਾ ਹੈ। ਜਿਸ ਤਰ੍ਹਾਂ ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜ ਰਾਜ। ਇੱਥੇ ਗਿਣੇ ਮਿੱਥੇ ਅੱਖਰਾਂ ਅਨੁਸਾਰ ਤਾਂ ਇਹੋ ਸਮਝਿਆ ਜਾ ਸਕਦਾ ਹੈ ਕਿ ਮੰਗ ਕੇ ਖਾਣਾ ਹੀ ਸਾਰੇ ਕੰਮਾਂ ਨਾਲੋਂ ਚੰਗਾ ਹੈ, ਪਰ ਇਸ ਘੁੰਡੀ ਨੂੰ ਖੋਲਣ ਵਾਸਤੇ ਅਗਲੇ ਸ਼ਲੋਕ ਨੂੰ ਵੀ ਵਿਚਾਰਨ ਦੀ ਲੋੜ ਹੈ। ਜਥਾ ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ, ਜੋ ਜਨ ਨਿਰਦਾਵੇ ਰਹੇ ਸੋ ਗਨੇ ਇੰਦਰ ਸੋ ਰੰਕ। ਸੋ ਇਸ ਸ਼ਲੋਕ ਨੂੰ ਉਤਲੇ ਸ਼ਲੋਕ ਨਾਲ ਜੋੜਨ ਨਾਲ ਇਹ ਭੇਦ ਖੁੱਲ ਗਿਆ ਕਿ ਦਾਵੇ ਬਨ ਬਨ ਕੇ ਲੜਾਈ ਝਗੜੇ ਪੈਦਾ ਕਰਕੇ ਬਦ ਅਮਨੀ ਫੈਲਾਉਣ ਨਾਲੋਂ ਤੇ ਗਰੀਬਾਂ ਨੂੰ ਲੁੱਟ ਲੁੱਟ ਕੇ ਖਾਣ ਨਾਲੋਂ ਤਾਂ ਮੰਗ ਕੇ ਖਾ ਲੈਣਾ ਹੀ ਚੰਗਾ ਹੈ। ਕਬੀਰ ਜੀ ਦਾ
ਇਹ ਸ਼ਲੋਕ ਕਬੀਰ ਹੈ ਗੈ ਬਾਹਨ ਸਗਨ ਘਨ ਲਾਖ ਧਜਾ ਫਹਿਰਾਏ ਕਿਆ ਸੁਖ ਤੇ ਭਿਖਾ ਭਲੀ ਜੋ ਹਰ ਸਿਮਰਤ ਦਿਨ ਜਾਹੇ। ਪੰਨਾ 1370। ਉਪਰੋਕਤ ਭੁਲੇਖੇ ਨੂੰ ਅਸਲੋਂ ਦੂਰ ਕਰ ਦਿੰਦਾ ਹੈ। ਭਗਤ ਬਾਣੀ ਦੀ ਉੱਪਰਲੀ ਵਿਚਾਰ ਠੰਡੇ ਦਿਲ ਨਾਲ ਸੋਚਣ ਵਾਲੇ ਖੋਜੀ ਗੁਰਮੁਖਾਂ ਦੀ ਨਿਰਸੰਦੇਹ ਤਸੱਲੀ ਕਰ ਦੇਵੇਗੀ। ਪਰ ਹੱਠ ਧਰਮੀ ਆਦਮੀ ਦਾ ਕੋਈ ਦਾਰੂ ਨਹੀਂ। ਪਰ ਅਜਿਹੇ ਪੁਰਸ਼ ਤਾਂ ਕਬੀਰ ਜੀ ਦਾ ਖਿਚੜੀ ਵਾਲਾ ਥਾਲ ਬਦੋ-ਬਦੀ ਸਿੰਘਾਂ ਦੇ ਅੱਗੇ ਡਾਹ ਦਿੰਦੇ ਹਨ, ਭਾਵੇਂ ਕਿਸੇ ਦਾ ਖਾਣ ਨੂੰ ਜੀ ਕਰੇ ਤੇ ਭਾਵੇਂ ਨਾ ਕਰੇ। ਅਜਿਹੀ ਪ੍ਰਾਹੁਣਾਚਾਰੀ ਕਰਨ ਵਾਲਿਆਂ ਦੇ ਅੱਗੇ ਜਦੋਂ ਤੁਹਾਡੇ ਘਰ ਹੇਠ ਲਿਖਿਆ ਭੋਜਨ ਪਰੋਸ ਦੇਣਾ ਚਾਹੀਦਾ ਹੈ। ਜਥਾ ਫਰੀਦਾ ਰੋਟੀ ਮੇਰੀ ਕਾਟਤੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜੇ ਉੱਥੇ ਹੀਰਾ ਰੋਟੀਕਾਰ ਨੇ ਗਲੇ ਕਟਾਉਣੇ ਪੈਂਦੇ ਹਨ ਤਾਂ ਇੱਥੇ ਚੋਪੜਿਆ ਹੋਇਆ ਪ੍ਰਸ਼ਾਦਾ ਛਕਣ ਨਾਲ ਨਰਕਾਂ ਵਿੱਚ ਪੈਣ ਦਾ ਭੈ ਹੈ। ਇਸ ਲਈ ਰੋਟੀਆਂ ਲੱਕੜ ਦੀਆਂ ਹੀ ਕਢਾਉਣੀਆਂ ਚਾਹੀਦੀਆਂ ਹਨ। ਸ਼ੇਖ ਜੀ ਇਹ ਵੀ ਫਰਮਾਉਂਦੇ ਹਨ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਓ। ਭਾਵ ਇਹ ਕਿ ਜੇ ਤੁਹਾਡੇ ਦੰਦ ਇਤਨੇ ਕਮਜ਼ੋਰ ਹੋਣ ਕਿ ਲੱਕੜ ਦੀ ਰੋਟੀ ਚੱਬ ਹੀ ਨਾ ਸਕੋ ਤਾਂ ਕਣਕ ਦੀ ਰੋਟੀ ਪਕਾ ਕੇ ਪਹਿਲੇ ਧੁੱਪੇ ਸੁਕਾ ਲਵੋ। ਜਦ ਚੰਗੀ ਤਰ੍ਹਾਂ ਮੁਰਮਰਾ ਬਣ ਜਾਵੇ ਤਾਂ ਉਸ ਨੂੰ ਭੁੱਖ ਦੇ ਸਲੂਣੇ ਨਾਲ ਟੇਮ ਕੇ ਛਕੋ। ਪਾਣੀ ਉੱਪਰੋਂ ਠੰਡਾ ਹੀ ਪੀਓ, ਭਾਵੇਂ ਪੋਹ ਮਾਘ ਦੇ ਦਿਨ ਹੀ ਕਿਉਂ ਨਾ ਹੋਣ। ਗਰਮ ਗਰਮ ਚਾਹ ਦਾ ਸ਼ੇਖ ਜੀ ਨੇ ਕੋਈ ਹੁਕਮ ਨਹੀਂ ਦਿੱਤਾ। ਫਿਰ ਸ਼ੇਖ ਜੀ ਕਹਿੰਦੇ ਹਨ, ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ਼ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਸੋ ਇਸ ਗੁਰ ਹੁਕਮ ਵਿੱਚ ਇਹ ਪੱਕੀ ਕੀਤੀ ਗਈ ਹੈ ਕਿ ਸਵੇਰੇ ਉੱਠ ਕੇ ਗੁਰੂ ਰਾਮਦਾਸ ਸਰੋਵਰ ਵਿੱਚ ਟੁੱਬੇ ਲਾਉਣ ਨਾਲੋਂ ਇੱਕ ਛੋਟਾ ਜਿਹਾ ਮਿੱਟੀ ਦਾ ਟੂਟੀ ਵਾਲਾ ਕੁੱਜਾ ਲੈ ਕੇ ਉਸ ਨਾਲ ਮਾੜਾ ਮੋਟਾ ਮੂੰਹ ਧੋ ਕੇ ਮੁਹੰਮਦੀ ਨਮਾਜ਼ ਪੜ੍ਹ ਲਿਆ ਕਰੋ। ਗੁਰਬਾਣੀ ਪੜ੍ਹਨ ਦੀ ਕੀ ਲੋੜ ਹੈ। ਹੋਰ ਵੇਖੋ, ਫਰੀਦਾ ਬੇਨਵਾਜ਼ਾ ਕੁੱਟਿਆ ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਇਹ ਅਕਾਲੀ ਹੁਕਮ ਤੁਹਾਨੂੰ ਨਮਾਜ਼ ਨਾ ਪੜ੍ਹਨ ਦੇਣ ਦੇ ਕਾਰਨ ਕੁੱਤਿਆਂ ਦਾ ਦਰਜਾ ਦਿੰਦਾ ਹੈ। ਇਸ ਦੂਸ਼ਣ ਤੋਂ ਬਚਣ ਵਾਸਤੇ ਤੁਸੀਂ ਹੁਣ ਦਰਬਾਰ ਸਾਹਿਬ ਦੀ ਥਾਂ ਖੈਰਦੀਨ ਦੀ ਮਸੀਤ ਵਿੱਚ ਪੰਜੇ ਵਕਤ ਜਾਣਾ ਸ਼ੁਰੂ ਕਰ ਦਿਓ ਤੇ ਖੂਬ ਮੱਥੇ ਰਗੜ ਕੇ ਨਮਾਜ਼ਾਂ ਪੜ੍ਹੋ ਤੇ ਮੁਰਦੇ ਵੀ ਕਬਰਾਂ ਵਿੱਚ ਦੱਬਿਆ ਕਰੋ। ਨੋਟ, ਇਹ ਮਸੀਤ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਹੈ। ਹੋਰ ਸੁਣੋ, ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ, ਅੱਗੇ ਗਏ ਸਿਆਮਸਣ ਚੋਟਾਂ ਖਾਸੀ ਕੌਣ। ਹੁਣ ਦੱਸੋ, ਇੱਥੇ ਵੀ ਇਹੋ ਕੁਝ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਬਹੁਤਾ ਆਟਾ ਖਾਂਦੇ ਹਨ ਉਹ ਜਮਾਂ ਦੀਆਂ ਚੋਟਾਂ ਖਾਣਗੇ। ਸੋ ਜਿਸ ਢੰਗ ਨਾਲ ਕੋਈ ਇਹਨਾਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਉੱਤਰ ਦੇਵੇਗਾ, ਉਹ ਉੱਤਰ ਕਬੀਰ ਜੀ ਦੇ ਸ਼ਲੋਕਾਂ ਦਾ ਬਣ ਗਿਆ ਸਮਝੋ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦੀ ਹੇਠ ਲਿਖੀ ਤੁਕ ਤੇ ਵੀ ਵਿਚਾਰ ਕਰੋ। ਜਥਾ ਤੀਰਥ ਦੇਖ ਨਾ ਜਲ ਮੈਂ ਪੈਸੋਂ, ਜੀ ਜੰਤ ਨਾ ਸਤਾਵਗੋ। ਭਾਈ ਰਣਧੀਰ ਸਿੰਘੀ ਖਿਆਲਾਂ ਦੇ ਅਨੁਸਾਰ ਤਾਂ ਇਸ ਤੁਕ ਦਾ ਅਰਥ ਇਹ ਲੱਗੇਗਾ ਕਿ ਪਾਣੀ ਵਿੱਚ ਵੜ ਕੇ ਨਹਾਉਣ ਨਾਲ ਪਾਣੀ ਦੇ ਜੀਵਾਂ ਨੂੰ ਦੁੱਖ ਹੁੰਦਾ ਹੈ। ਇਸ ਲਈ ਕਿਸੇ ਨਹਿਰ, ਦਰਿਆ ਜਾਂ ਸਰੋਵਰ ਵਿੱਚ ਸਿੱਖਾਂ ਨੂੰ ਨਹਾਉਣਾ ਨਹੀਂ ਚਾਹੀਦਾ। ਇਸੇ ਭੁਲੇਖੇ ਦੇ ਕਾਰਨ ਹੀ ਕਈ ਸੱਜਣਾ ਨੇ ਜਿਹੜੇ ਮਾਸ ਖਾਣ ਦੇ ਹੱਕ ਵਿੱਚ ਹਨ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਗਤ ਕਬੀਰ ਜੀ ਦੀ ਬਾਣੀ ਗੁਰਮਤਿ ਦੇ ਮਾਸ ਖਾਣ ਦੇ ਅਸੂਲ ਦੇ ਵਿਰੁੱਧ ਹੈ। ਇਸ ਵਾਸਤੇ ਇਹ ਕੱਢ ਦੇਣੀ ਚਾਹੀਦੀ ਹੈ, ਕਿਉਂਕਿ ਇਹ ਕਿਸੇ ਨੇ ਬਾਅਦ ਵਿੱਚ ਲਿਖ ਦਿੱਤੀ ਹੈ। ਤੇ ਭਾਈ ਰਣਧੀਰ ਸਿੰਘ ਵਰਗੇ ਗੁਰਮੁਖਾਂ ਨੇ ਇਹ ਗੱਲ ਆਖੀ ਕਿ ਇਹ ਬਾਣੀ ਵੀ ਦੂਜੀ ਬਾਣੀ ਵਾਂਗੂ ਗੁਰੂ ਰੂਪ ਹੈ ਤੇ ਇਸ ਵਿੱਚ ਕੁੱਕੜੀਆਂ ਮਾਰ ਕੇ ਖਾਣ ਦਾ ਨਿਸ਼ੇਧ ਕੀਤਾ ਹੈ। ਇਸ ਵਾਸਤੇ ਮਾਸ ਖਾਣਾ ਗੁਰਮਤਿ ਵਿੱਚ ਜਾਇਜ਼ ਨਹੀਂ। ਜਿਹੜੇ ਮਲਾਰ ਦੀ ਵਾਰ ਦੇ ਸ਼ਲੋਕ ਮਾਸ ਖਾਣ ਦੇ ਸਿਧਾਂਤ ਨੂੰ ਸਪਸ਼ਟ ਕਰਦੇ ਹਨ, ਉਹਨਾਂ ਦੇ ਅਰਥਾਂ ਨੂੰ ਬਿਲਕੁਲ ਪੁੱਠਿਆਂ ਕਰਨਾ ਸ਼ੁਰੂ ਕਰਨ ਦਾ ਇੰਤਹਾ ਯਤਨ ਕੀਤਾ ਤਾਂ ਕਿ ਗੁਰਬਾਣੀ ਤੇ ਭਗਤ ਬਾਣੀ ਵਿੱਚ ਵਿਰੋਧ ਨਾ ਪਾਸੇ। ਇਸੇ ਭੁਲੇਖੇ ਵਿੱਚ ਸਾਰੇ ਸਿੱਖ ਇਤਿਹਾਸ, ਰਹਿਤਨਾਮੇ ਤੇ ਚਲੀ ਆ ਰਹੀ ਪਰੰਪਰਾ ਤੋਂ ਇਨਕਾਰ ਕਰਨ ਲੱਗ ਪਏ ਤੇ ਬਹਾਨਾ ਇਹ ਬਣਾਇਆ ਕਿ ਇਹ ਗੁਰਬਾਣੀ ਦੀ ਕਸੌਟੀ ਉੱਤੇ ਪੂਰੇ ਨਹੀਂ ਉਤਰਦੇ। ਇਸ ਭੁਲੇਖੇ ਨੂੰ ਦੂਰ ਕਰਨ ਲਈ ਹੀ ਮੈਂ ਇਹ ਸਾਰਾ ਯਤਨ ਕੀਤਾ ਹੈ,
ਕਿਉਂਕਿ ਨਾ ਇਹ ਬਾਣੀ ਆਖੇਪਕ ਹੈ ਤੇ ਨਾ ਇਸ ਦਾ ਸਿਧਾਂਤ ਮਲਾਰ ਦੀ ਵਾਰ ਦੇ ਸ਼ਲੋਕਾਂ ਨਾਲੋਂ ਮਾਸ ਦੇ ਵਿਰੁੱਧ ਕੋਈ ਦੂਜਾ ਭਾਵ ਪ੍ਰਗਟ ਕਰਦਾ ਹੈ। ਕਿਤਾਬ ਝਟਕਾ ਪ੍ਰਕਾਸ਼, ਲੇਖਕ ਗਿਆਨੀ ਨਿਰੰਜਨ ਸਿੰਘ ਸਰਲ, ਭਾਗ 11ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।